ਵਾਹਿਗੁਰੂ 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 ਤੇਰੇ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਿਨਾਮ ਕਰਤਾ ਲੈਤਾ ਅਗਲੇ ਸਤਿਗੁਰੂ ਪ੍ਰਸਾਦ ਅਗਾਨ ਅਗੁਤਰ ਸਾਧਨ ਮੇਰਾ ਨਾਨਕ ਬੋਲੇ ਬੋਲਾਇਆ ਤੇਰਾ ਨਾਨਕ ਬੋਲੇ ਬੋਲਾਇਆ ਤੇਰਾ ਸਤਿਗੁਰੂ ਜੀ ਦੀ ਸਾਡੀ ਲਗਾਤਾਰ ਸਿੱਖ ਸੰਗਤ ਦੀ ਗੁਰ ਅਤੇ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਮ ਪਾਤਸ਼ਾਹੀਆਂ ਦੇ ਆਪਣੇ ਸਰੂਪ ਜਾਗਤ ਜੋਤ ਕਵਰ ਤਖਤ ਛਤਰ ਦੇ ਮਾਲਕ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਲਗਾਰ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਅੰਮ੍ਰਿਤਮਈ ਬਾਣੀ ਦੇ ਨਿਤਨੇ ਗੁਰਮੁਖ ਪਿਆਰਿਆਂ ਤੋਂ ਸਰਵਣ ਕੀਤੇ ਨੇ। ਜਿਨ੍ਹਾਂ ਕੋ ਸਮਾਂ ਹੋਵੇ ਸਤਿਗੁਰੂ ਜੀ ਕਿਰਪਾ ਪਰਵਰਿਸ਼ ਕਰਦੇ ਨੇ। ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਵਿਚਾਰਨਾ ਕਰੀ। ਪਵਿੱਤਰ ਜੀ ਗੁਰੂ ਪ੍ਰਗਾਰ ਗੁਰ ਚਰਨਾਂ ਵਿੱਚ ਲਵਾਉ ਆਪਣੀ ਹਾਜ਼ਰੀ। ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਬੈਠ ਕੇ ਗੁਰਬਾਣੀ ਵਿਚਾਰਨਾ ਕਰੀ। ਦੋਸ਼ ਨਾ ਪਾਉ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਦੇ ਮੁਖ ਹੋਏ ਰਾਮ ਤੇ ਲਗਨ ਜਨਮ ਵਿਯੋਗ। ਤਿਨ ਮਹਿ ਖਾਵੇ ਹੋਏ ਗਏ ਜਿਤੜੇ ਮਾਇਆ ਭੋਗ।
ਵਿੱਚ ਨਾ ਕੋਈ ਕਰ ਸਕੈ, ਕਿਸ ਐਰੋ ਵਹਿ ਰੋਜ, ਕੀਤਾ ਕਿਛੁ ਨਾ ਹੋਵਈ, ਲਿਖਿਆ ਧੁਰ ਸੰਜੋਗ, ਵੱਡ ਭਾਗੀ ਮੇਰਾ ਤਬ ਮਿਲੈ, ਤਾਂ ਉਤਰੈ ਸਭ ਵਿਯੋਗ, ਜਨ ਨਾਨਕ ਕੋ ਪ੍ਰਭ ਰਾਖ ਲੇਖ, ਮੇਰੇ ਸਾਹਿਬ ਬੰਦੀ ਮੋਚ, ਕਤਕ ਹੋਵੈ ਸਾਧ ਸੰਗ, ਵਿਨਸੈ ਸਭੇ ਸੋਚ, ਕਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਦੇ ਭੁੱਲਿਆ, ਵਿਆਪਨ ਸਭੇ ਰੋਗ। ਗੁਰੂ ਸਵਾਰੀ ਸੰਗਤ ਦੀ ਅੱਜ ਅੱਸੂ ਦਾ ਮਹੀਨਾ ਸਮਾਪਤ ਹੋ ਕੇ ਤਖ਼ਤ ਦਾ ਹੁੰਦਾ ਸ਼ੁਰੂ ਹੋ ਚੁੱਕੇ। ਮਹੀਨੇ ਦੀ ਸ਼ੁਰੂਆਤ ਜਿਸ ਦੇ ਕਰਕੇ ਪਿਛਲੇ ਸਮਿਆਂ ਦੇ ਵਿੱਚ ਹਨੂਮਾਨਾਂ ਦੇ ਰੂਪ ਇਹ ਮਹੀਨਾ ਸੁੱਖਾਂ ਦਾ ਭਰਿਆ, ਖੁਸ਼ੀਆਂ ਦਾ ਭਰਿਆ ਬਤੀਤ ਹੋਵੇ। ਅਨੇਕਾਂ ਤਰ੍ਹਾਂ ਦੇ ਧਰਮ ਦੇ ਨਾਂ ਤੇ ਕਾਰਨ ਆਂਦ ਲੋਕ ਕਰਿਆ ਕਰਦੇ ਸੀ। ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਆਪਣਾ ਨਿਰਾਲਾ ਪੰਥ ਕਾਇਮ ਕੀਤਾ, ਉਹਨਾਂ ਨੇ ਇਸ ਨਿਰਾਲੇ ਪੰਥ ਦੀ ਦੁਨੀਆ ਦੇ ਨਾਲੋਂ ਸਾਰੀ ਹੀ ਰਹੁ ਰੀਤ ਹੈ ਉਹ ਵੱਖਰੀ ਕਰ ਦਿੱਤੀ, ਜਿਸ ਕਰਕੇ ਅਨੇਕਾਂ ਦਿਹਾੜੇ ਅਸੀਂ ਹਿੰਦੂ ਮਤ ਦੇ ਲੋਕਾਂ ਦੀ ਤਰ੍ਹਾਂ, ਇਸਲਾਮੀ ਮਤ ਦੇ ਲੋਕਾਂ ਦੀ ਤਰ੍ਹਾਂ ਮਨਾਉਂਦੇ ਹਾਂ। ਪਰ ਸਾਡੇ ਸਤਿਗੁਰੂ ਜੀ ਦੀ ਮੱਤ ਦੇ ਮੁਤਾਬਕ ਹਰ ਕਿਸੇ ਦਿਹਾੜੇ ਦਾ ਮਨਾਇਆ ਜਾਣਾ ਸਾਡੇ ਧਰਮ ਵਿੱਚ ਪਰਮਾਤਮਾ ਜੀ ਦੀ ਸਿਫਤ ਸਲਾਹ, ਪਰਮਾਤਮਾ ਨੂੰ ਵਡਿਆਈ ਤੇ ਪਰਮਾਤਮਾ ਜੀ ਦੇ ਸ਼ੁਕਰਾਨੇ ਤੇ ਜਦ ਸਾਡੀ ਗੱਲ ਦੂਜੇ ਮਤਾਂ ਦੇ ਨਾਲੋਂ ਇਸ ਧਰਮ ਦੇ ਵਿੱਚ ਸਫਲਤਾ ਸਮਝਦੀ ਹੈ। ਵੀ ਅਸੀਂ ਦਿਹਾੜਾ ਕੋਈ ਵੀ ਹੋਵੇ ਪਰ ਅਸੀਂ ਵਾਹਿਗੁਰੂ ਜੀ ਦੀ ਵਡਿਆਈ ਸਿਫਤ ਸਲਾਹ ਹੀ ਕਰਨੀ ਹੈ ਤੇ ਸਿਫਤ ਸਲਾਹ ਹੀ ਸੁਣਨੀ। ਜਿਸ ਕਰਕੇ ਸਾਡੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਜੋ ਉਸ ਵੇਲੇ ਸਮੇਂ ਦੀ ਵੰਡ ਸਿਆਣੇ ਲੋਕਾਂ ਨੇ ਕੀਤੀ, ਸਮੇਂ ਦੀ ਵੰਡ ਮੁਤਾਬਕ ਵੀ ਖਿਆਲ ਕੀਤਾ ਜਾਂਦਾ ਸੀ ਸਮਾਂ ਸੁੱਖ ਦਾ ਲੰਘੇ ਤੇ ਕੀਤਾ ਕੀ ਜਾਵੇ। ਅਨੇਕਾਂ ਮਤਾਂ ਨੇ ਅਨੇਕਾਂ ਤਰ੍ਹਾਂ ਦੇ ਕਰਮ ਕਾਂਡ ਕਰਨੇ, ਪਰ ਇਸ ਸਮੇਂ ਨੂੰ ਸੁੱਖ ਭਰਿਆ ਕਿਵੇਂ ਅਸੀਂ ਬਤੀਤ ਕਰ ਸਕਦੇ ਹਾਂ, ਕਿਵੇਂ ਖੁਸ਼ੀਆਂ ਦੇ ਨਾਲ ਇਸ ਸਮੇਂ ਨੂੰ ਲੰਘਾ ਸਕਦੇ ਹਾਂ।
ਇਸ ਦੀ ਬਾਬਤ ਸਾਡੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਸਾਨੂੰ ਅੰਮ੍ਰਿਤਮਈ ਬਾਣੀ ਦੇ ਵਿੱਚ ਇੱਕ ਬਾਣੀ ਬਖਸ਼ਿਸ਼ ਕੀਤੀ। ਉਹਦਾ ਨਾਮ ਹੈ 12 ਮਾਹ ਤੁਖਾਰੀ ਰਾਗ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਚਨਾ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਮੁਬਾਰਕ ਅੰਗ 1107 ਅੰਗ ਤੇ ਇਹ ਅੰਮ੍ਰਿਤ ਬਚਨ ਸ਼ੁਰੂ ਹੁੰਦੇ ਨੇ। ਤਕਰੀਬਨ 1110 ਤੇ ਜਾ ਕੇ ਸੰਪੂਰਨਤਾ ਹੁੰਦੀ। ਸੋ ਇਹ ਬਾਣੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਰਚਨਾ ਜੋ ਥੋੜੀ ਮਹਿੰਗੀ ਹੈ, ਮਹਿੰਗੀ ਤੋਂ ਭਾਵ ਆਮ ਸਧਾਰਨ ਦੇ ਸਮਝ ਵਿੱਚ ਨਹੀਂ ਆਉਂਦੀ, ਜਿਸ ਕਰਕੇ ਗੁਰਸਿੱਖਾਂ ਨੇ ਬੇਨਤੀ ਕੀਤੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਸ, ਪਾਤਸ਼ਾਹ ਜੀ ਕਿਰਪਾ ਕਰੋ ਕਿ ਇਸ ਅੰਮ੍ਰਿਤਮਈ ਬਾਣੀ ਦਾ ਸੌਖਿਆਂ ਕਰਕੇ ਸਾਨੂੰ ਸਮਝ ਦਿਓ। ਫਿਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ, ਮਾਝ ਰਾਗ ਦੇ ਅੰਦਰ ਆਪਣੀ ਮੁਬਾਰਕ ਰਸਨਾ ਤੋਂ ਸ੍ਰੀ 12 ਮਾਹ ਜੀ ਦੇ ਅੰਮ੍ਰਿਤ ਬਚਨ ਉਚਾਰਨ ਕੀਤੇ, ਜਿਸ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਚੇਤ ਮਹੀਨੇ ਤੋਂ ਲੈ ਕੇ ਗੁਰੂ ਸਵਾਰੀ ਸੰਗਤ ਜੀ ਸਾਰੇ ਮਹੀਨਿਆਂ ਦੇ ਮੁਤਾਬਕ ਸਾਨੂੰ ਦੱਸਣਾ ਕੀਤਾ ਹੈ। ਗੁਰੂ ਦਾ ਸਿੱਖ ਇਸ ਮਹੀਨੇ ਦੀ ਸ਼ੁਰੂਆਤ ਤੋਂ ਲੈ ਕੇ ਇਹ ਮਹੀਨਾ ਸਾਰਾ ਹੀ ਸੁੱਖ ਭਰਿਆ ਲੰਘੇ, ਤੈਨੂੰ ਕਰਨਾ ਕੀ ਚਾਹੀਦਾ, ਕਰਨਾ ਕੀ ਚਾਹੀਦਾ, ਕਿਉਂਕਿ ਗੁਰੂ ਸਵਾਰੀ ਸੰਗਤ ਦੀ ਮਨੁੱਖ ਦੇ ਜੀਵਨ ਵਿੱਚ ਸੁੱਖ ਅਤੇ ਦੁੱਖ ਆਉਂਦੇ ਰਹਿੰਦੇ ਨੇ, ਜਿਸ ਕਰਕੇ ਸੁੱਖ ਵੀ ਇਹਦੇ ਕੀਤੇ ਹੋਏ ਕਰਮਾਂ ਦੇ ਕਾਰਨ ਇਹਨੂੰ ਮਿਲਦਾ ਹੈ, ਦੁੱਖ ਵੀ ਕੀਤੇ ਹੋਏ ਕਰਮਾਂ ਦੇ ਕਾਰਨ ਮਿਲਦਾ ਹੈ। ਪਰ ਜਦੋਂ ਸੁੱਖ ਮਿਲ ਜਾਂਦਾ ਹੈ ਉਦੋਂ ਮਨੁੱਖ ਭੁੱਲ ਜਾਂਦਾ ਹੈ ਇਹ ਸੁੱਖ ਮੇਰੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਪਰਮਾਤਮਾ ਜੀ ਦੀ ਮਿਹਰ ਦੇ ਨਾਲ ਮੈਨੂੰ ਮਿਲਿਆ ਹੈ। ਪਰ ਇਹ ਨਾ ਸਮਝਦਾ ਹੋਇਆ ਹੰਕਾਰ ਕਰ ਬੈਠਦਾ ਹੈ ਇਹ ਸੁੱਖ ਕਿਤੇ ਮੇਰੀ ਕੋਈ ਦਿਮਾਗੀ ਤਾਕਤ ਜਾਂ ਕੋਈ ਸਰੀਰਕ ਤਾਕਤ ਦੇ ਨਾਲ ਮੈਨੂੰ ਮਿਲਿਆ, ਇਹ ਸਮਝ ਬੈਠਦਾ ਹੈ। ਪਰ ਜਿਸ ਵੇਲੇ ਸੁੱਖਾਂ ਵਿੱਚ ਰਹਿ ਰਹੇ ਨੂੰ ਕੋਈ ਦੁੱਖ ਦਾ ਸਮਾਂ ਆ ਜਾਂਦਾ ਹੈ, ਉਸ ਵੇਲੇ ਫਿਰ ਆਪਣੇ ਆਪ ਨੂੰ ਦੋਸ਼ੀ ਠਹਿਰਾਉਣ ਦੀ ਜਗ੍ਹਾ ਵੀ ਇਹ ਕਰਮ ਜਿਹੜਾ ਮੈਨੂੰ ਦੁੱਖ ਦੇ ਰੂਪ ਵਿੱਚ ਪ੍ਰਾਪਤ ਹੋਇਆ ਹੈ, ਇਹ ਮੇਰਾ ਕੀਤਾ ਹੋਇਆ ਇਹ ਕਰਮ ਹੈ, ਇਹ ਵਿਚਾਰਨ ਦੀ ਜਗ੍ਹਾ ਦੋਸ਼ ਦੂਜਿਆਂ ਦੇ ਸਿਰ ਬਣਦਾ ਹੈ, ਦੋਸ਼ ਹੋਰਨਾਂ ਨੂੰ ਦਿੰਦਾ ਹੈ। ਇਹ ਦੁੱਖ ਮੈਨੂੰ ਰੱਬ ਨੇ ਦਿੱਤਾ ਹੈ, ਜਾਂ ਕਹੂਗਾ ਮੈਨੂੰ ਮੇਰੇ ਸ਼ਰੀਕੇ ਵਾਲਿਆਂ ਤੋਂ, ਗੁਆਂਢ ਵਾਲਿਆਂ ਤੋਂ ਜਾਂ ਮੇਰੇ ਵਿਰੋਧੀਆਂ ਤੋਂ ਮੈਨੂੰ ਇਹ ਦੁੱਖ ਮਿਲਿਆ ਹੈ। ਅਸਲ ਵਿੱਚ ਸੁੱਖ ਵੀ ਤੇਰੇ ਕੀਤੇ ਕਰਮਾਂ ਦੇ ਕਰਕੇ ਹੈ, ਦੁੱਖ ਵੀ ਤੇਰੇ ਕੀਤੇ ਕਰਮਾਂ ਦੇ ਬਦਲੇ ਹੈ। ਨਾ ਤੇ ਤੂੰ ਸੁੱਖ ਆਪਣੀ ਮਰਜ਼ੀ ਨਾਲ, ਆਪਣੀ ਮਿਹਨਤ ਨਾਲ ਪ੍ਰਾਪਤ ਕਰ ਸਕਦਾ ਹੈ, ਨਾ ਹੀ ਦੁੱਖ ਤੈਨੂੰ ਕੋਈ ਦੇ ਸਕਦਾ, ਨਾ ਹੀ ਤੈਨੂੰ ਕੋਈ ਦੁਖੀ ਕਰ ਸਕਦਾ, ਭਾਵੇਂ ਉਹ ਤੇਰਾ ਆਪਣਾ ਹੈ ਭਾਵੇਂ ਕੋਈ ਬਗਾਨਾ ਹੈ, ਤੈਨੂੰ ਦੁੱਖ ਨਹੀਂ ਦੇ ਸਕਦਾ। ਦੁੱਖ ਵੀ ਤੇਰੇ ਕਰਮ ਦਾ ਹੈ ਤੇ ਸੁੱਖ ਵੀ ਤੇਰੇ ਕਰਮ ਦਾ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕੱਤਕ ਮਹੀਨੇ ਦੇ ਮੁਤਾਬਕ, ਕਿਉਂਕਿ ਹੁਣ ਥੋੜਾ ਮੌਸਮ ਗਰਮੀ ਦਾ ਨਾ ਹੋ ਕੇ ਠੰਡੀ ਠੰਡੀ ਜੀ ਜਿਹੜੀ ਰੁੱਤ ਹੈ, ਬੜਾ ਸੁਹਾਵਣਾ ਜਿਹਾ ਸਮਾਂ ਹੈ, ਪਰ ਇਹਦੇ ਵਿੱਚ ਮਨੁੱਖ ਇਹਦੇ ਵਿੱਚੋਂ ਵੀ ਸੁੱਖ ਕਿਵੇਂ ਲੈਂਦਾ ਹੈ? ਜੇ ਸ਼ੁਭ ਕਰਮ ਕਰੇ, ਚੰਗੇ ਕਰਮ ਕਰੇ, ਮੰਦ ਕਰਮਾਂ ਨੂੰ ਤਿਆਗਣਾ ਕਰੇ,
ਚੰਗੇ ਕਰਮਾਂ ਦੇ ਰਾਹ ਤੁਰੇ ਤਾਂ ਮਨੁੱਖ ਸੁਖੀ ਰਹਿੰਦਾ ਹੈ। ਜਿਸ ਦੀ ਪ੍ਰਥਾਈ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ, ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋ। ਕਤਕ ਦਾ ਮਹੀਨਾ ਹੈ ਜੀ। ਕਰਮ ਕਮਾਵਣੇ, ਕੀਤੇ ਹੋਏ ਕਰਮਾਂ ਦੇ ਮੁਤਾਬਕ ਹੀ ਤੈਨੂੰ ਸੁੱਖ ਮਿਲ ਰਿਹਾ ਹੈ। ਜੋ ਤੂੰ ਪਿੱਛੇ ਪੁਰਬ ਨੇ ਕੀਤੇ ਕਰਮ ਨੇ ਨਾ ਤੇਰੇ, ਉਹਨਾਂ ਦੇ ਮੁਤਾਬਕ ਹੀ ਤੈਨੂੰ ਸੁੱਖ ਮਿਲ ਰਿਹਾ ਹੈ। ਕੀਤੇ ਕਰਮਾਂ ਦੇ ਮੁਤਾਬਕ ਹੀ ਤੈਨੂੰ ਦੁੱਖ ਮਿਲ ਰਿਹਾ ਹੈ। ਸੁੱਖ ਦਾ ਹੰਕਾਰ ਨਾ ਕਰਿਆ ਕਰ ਜੀ। ਸੁੱਖ ਕਿਤੇ ਮੈਂ ਲਿਆ ਤੇ ਮੇਰੀ ਮਿਹਨਤ ਨਾਲ ਮਿਲਿਆ। ਦੁੱਖ ਦਾ ਕਿਸੇ ਨੂੰ ਦੋਸ਼ ਨਾ ਦਿਆ ਕਰ, ਇਹ ਤੇਰੇ ਕਰਮਾਂ ਦੇ ਨੇ, ਇਹ ਤੇਰੇ ਕਰਮਾਂ ਦੇ ਕਰਕੇ ਨੇ। ਇੱਥੇ ਮੈਂ ਇੱਕ ਦੋ ਉਦਾਹਰਨਾਂ ਤੁਹਾਨੂੰ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਦੇ ਵਿੱਚੋਂ ਦੇ ਕੇ ਆਪਾਂ ਬਾਣੀ ਨੂੰ ਸਮਝਣ ਦਾ ਯਤਨ ਕਰੀਏ। ਧਨਾਸਰੀ ਰਾਗ ਦੇ ਵਿੱਚ ਬਾਬਾ ਤਰਲੋਚਨ ਜੀ ਆਪਣੀ ਰਸਨਾ ਤੋਂ ਅੰਮ੍ਰਿਤ ਬਚਨ ਕਹਿੰਦੇ ਨੇ, ਨਾਰਾਇਣ ਨਿੰਦਸ ਕਾਈ ਭੂੰਡੀ ਗਵਾਰੀ, ਦੁਕ੍ਰਿਤ ਸੁਕ੍ਰਿਤ ਸਾਰੋ ਕਰਮਰੀ। ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਇਕਾਗਰਤਾ ਨਾਲ ਸੁਣਿਓ ਤੇ ਇਹਨਾਂ ਪੰਕਤੀਆਂ ਨੂੰ ਯਾਦ ਰੱਖਿਓ। ਕਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ। ਆਪਾਂ ਇਸ ਪੰਕਤੀ ਨੂੰ ਗੁਰੂ ਕੀ ਬਾਣੀ ਦੇ ਵਿੱਚੋਂ, ਹੋਰ ਬਾਣੀਆਂ ਦੇ ਵਿੱਚੋਂ ਸਮਝਣ ਦਾ ਯਤਨ ਕਰ ਰਹੇ ਹਾਂ ਵੀ ਸਤਿਗੁਰੂ ਜੀ ਕੀ ਸਮਝਾ ਰਹੇ ਨੇ। ਸਭ ਬਾਬਾ ਤਰਲੋਚਨ ਜੀ ਰਾਗ ਧਨਾਸਰੀ ਦੇ ਅੰਦਰ ਪੰਨਾ ਨੰਬਰ 695, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਅੰਗ ਨੇ 695। ਨਾਰਾਇਣ ਨਿੰਦਸ ਕਾਈ ਭੂਲੀ ਗਵਾਰੀ। ਅਸੀਂ ਆਪਣੇ ਆਪ ਨੂੰ ਸੰਬੋਧਨ ਕਰਕੇ ਕਹਿ ਰਹੇ ਹਾਂ, ਮਾਨੋ ਐ ਮੇਰੀ ਭੁੱਲੜ ਤੇ ਮੂਰਖ ਜਿੰਦੇ, ਐ ਮੇਰਿਆ ਮਨਾ, ਐ ਮੇਰੀ ਜਿੰਦੜੀਏ। ਨਾਰਾਇਣ ਨਿੰਦਸ ਕਾਏ, ਨਾਰਾਇਣ ਪਰਮਾਤਮਾ ਤੈਨੂੰ ਦੁੱਖ ਮਿਲਿਆ ਤਾਂ ਤੂੰ ਪਰਮਾਤਮਾ ਨੂੰ ਦੋਸ਼ ਕਿਉਂ ਦਿੰਦੀ ਹੈ? ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਐ ਮੇਰੀ ਭੁੱਲਣ ਮੂਰਖ ਜਿੰਦੇ, ਪਰਮਾਤਮਾ ਨੂੰ ਕਿਉਂ ਦੋਸ਼ ਦਿੰਨੀ ਹੈ? ਦੁਕ੍ਰਿਤ ਸੁਕ੍ਰਿਤ, ਦੁਕ੍ਰਿਤ ਕੀਤਾ ਹੋਇਆ ਮਾੜਾ ਕੰਮ, ਇਹਨੂੰ ਕਹਿੰਦੇ ਆ ਜੀ ਦੁਕ੍ਰਿਤ। ਸੁਕ੍ਰਿਤ ਆਪਣੇ ਵੱਲੋਂ ਕੀਤਾ ਹੋਇਆ ਚੰਗਾ ਕਰਮ। ਦੁਕ੍ਰਿਤ ਸੁਕ੍ਰਿਤ ਸਾਰੋ ਕਰਮਰੀ। ਮਾੜਾ ਤੇ ਚੰਗਾ ਜਿਸ ਦੇ ਕਰਕੇ, ਚੰਗੇ ਕੀਤੇ ਦੇ ਕਰਕੇ ਸੁੱਖ ਭੋਗ ਰਹੀ ਹੈ, ਇਹ ਜਿੰਦੜੀਏ ਪਰਮਾਤਮਾ ਨੂੰ ਦੋਸ਼ ਨਾ ਦਿਆ ਕਰ। ਮਾੜੇ ਕੀਤੇ ਦੇ ਬਦਲੇ ਦੁੱਖ ਭੋਗ ਰਹੀ ਹੈ, ਚੰਗੇ ਕੀਤੇ ਹੋਏ ਕਰਮ ਦੇ ਕਰਕੇ ਸੁੱਖ ਭੋਗ ਰਹੀ ਹੈ। ਇਹ ਚੰਗਾ ਤੇ ਮਾੜਾ, ਸੁੱਖ ਤੇ ਦੁੱਖ ਤੇਰੇ ਕੀਤੇ ਹੋਏ ਕਰਮਾਂ ਦੇ ਬਦਲੇ ਹੀ ਤੈਨੂੰ ਮਿਲ ਰਿਹਾ ਹੈ। ਕਿਸੇ ਨੂੰ ਦੋਸ਼ੀ ਨਾ ਠਹਿਰਾਇਆ ਕਰ। ਜਦੋਂ ਕੋਈ ਕਿਸੇ ਤਰ੍ਹਾਂ ਦਾ ਤੈਨੂੰ ਦੁੱਖ ਮਿਲਦਾ, ਸੁੱਖ ਮਿਲਦਾ, ਹੰਕਾਰ ਨਾ ਕਰਿਆ ਕਰ, ਕਿਉਂਕਿ ਸੁੱਖ ਵੀ ਤੇਰੇ ਕੀਤੇ ਕਰਮਾਂ ਦੇ ਕਰਕੇ, ਦੁੱਖ ਵੀ ਤੇਰੇ ਕੀਤੇ ਕਰਮਾਂ ਦੇ ਕਰਕੇ। ਪਰਮਾਤਮਾ ਨੂੰ, ਕਿਉਂਕਿ ਸਭ ਤੋਂ ਪਹਿਲਾਂ ਅਸੀਂ ਦੋਸ਼ ਪਰਮਾਤਮਾ ਨੂੰ ਹੀ ਦਿੰਦੇ ਹਾਂ ਨਾ। ਪਰਮਾਤਮਾ ਨੇ ਮੇਰਾ ਤਾਂ ਦੁਸ਼ਮਣ ਬਣ ਗਿਆ, ਵੈਰੀ ਹੋ ਗਿਆ, ਮੇਰਾ ਮੈਨੂੰ ਦੁੱਖ ਦਿੱਤਾ। ਪਰ ਦੁਕ੍ਰਿਤ ਸੁਕ੍ਰਿਤ ਸਾਰੋ ਕਰਮਰੀ। ਮਾੜਾ ਤੇ ਚੰਗਾ ਤੇਰਾ ਆਪਣਾ ਕੀਤਾ ਹੋਇਆ ਕਰਮ ਹੈ। ਚੰਗੇ ਕੀਤੇ ਦੇ ਬਦਲੇ ਤੈਨੂੰ ਸੁੱਖ ਮਿਲ ਰਿਹਾ ਹੈ, ਮਾੜੇ ਕੀਤੇ ਦੇ ਬਦਲੇ ਤੈਨੂੰ ਦੁੱਖ ਮਿਲ ਰਿਹਾ ਹੈ। ਤੇ ਕਰਮ ਹੀ ਸੋਚ ਕੇ ਕਰਿਆ। ਕਤਕ ਕਰਮ ਕਮਾਵਣੇ, ਕੀਤੇ ਹੋਏ ਕਰਮਾਂ ਦੇ ਕਰਕੇ ਦੋਸ਼ ਨਾ ਕਾਹੂ ਜੋਗ। ਕਿਸੇ ਨੂੰ ਮਿਲੇ ਹੋਏ ਦੁੱਖ ਦਾ ਦੋਸ਼ ਨਾ ਦਿਆ ਕਰ।
ਇਸ ਕਰਕੇ ਬਾਬਾ ਤਰਲੋਚਨ ਜੀ ਕਹਿੰਦੇ ਪਰਮਾਤਮਾ ਨੂੰ ਮਾੜਾ ਨਾ ਕਿਹਾ ਕਰ, ਪਰਮਾਤਮਾ ਨੂੰ ਨਾ ਦੋਸ਼ ਦਿਆ ਕਰ ਦੁੱਖ ਦਾ। ਦੁੱਖ ਤਾਂ ਤੇਰੇ ਕੀਤੇ ਹੋਏ ਮਾੜੇ ਕਰਮਾਂ ਦੇ ਕਰਕੇ ਤੈਨੂੰ ਮਿਲ ਰਿਹਾ, ਸੁੱਖ ਤੇਰੇ ਕੀਤੇ ਹੋਏ ਚੰਗੇ ਕਰਮਾਂ ਦੇ ਕਰਕੇ ਤੈਨੂੰ ਮਿਲ ਰਿਹਾ। ਦੋਸ਼ ਨ ਦੀਜੈ ਕਾਹੂ ਲੋਗ, ਆਪਨ ਕਰਮ ਆਪੇ ਹੀ ਹੋ। ਜੋ ਕਮਾਵਨ ਸੋਈ ਹੋ। ਇਹ ਪੰਜਵੇਂ ਪਾਤਸ਼ਾਹ ਜੀ ਬਚਨ ਕਹਿ ਰਹੇ ਨੇ ਆਪਾਂ ਨੂੰ ਰਾਮਕਲੀ ਰਾਗ ਵਿੱਚ। ਪਾਤਸ਼ਾਹ ਜੀ ਕਹਿੰਦੇ ਦੋਸ਼ ਨਾ ਦੀਜੈ ਕਾਹੂ ਲੋਗ। ਐਵੇਂ ਭਾਈ ਸੰਤ ਜਨਾਂ ਨੇ ਸਮਝਿਆ, ਵਾਹਿਗੁਰੂ ਜੀ ਦੇ ਪਿਆਰਿਆਂ ਨੇ ਇਹ ਸਮਝਿਆ, ਜਦੋਂ ਤੈਨੂੰ ਕਿਤੇ ਆਪਣੇ ਜੀਵਨ ਵਿੱਚ ਕਿਤੇ ਕੋਈ ਔਖਾ ਸਮਾਂ ਆ ਜਾਂਦਾ ਹੈ ਨਾ, ਉਦੋਂ ਕਿਸੇ ਨੂੰ ਦੋਸ਼ ਨਾ ਦਿਆ ਕਰ, ਇਹ ਤੇਰਾ ਕੀਤਾ ਕਰਨੀ ਹੈ। ਜੋ ਕਮਾਵਨ ਸੋਈ ਭੋਗ। ਜੋ ਤੂੰ ਪੁਰਬਲੇ ਸਮੇਂ ਵਿੱਚ ਕਮਾਇਆ ਉਹੀ ਭੋਗ ਰਿਹਾ ਹੈ, ਉਹੀ ਭੋਗ ਰਿਹਾ ਹੈ। ਪਿਛਲਾ ਕੀਤਾ ਕਰਮ ਹੀ ਭੋਗ ਰਿਹਾ ਹੈ। ਇਸ ਕਰਕੇ ਕਰਮ ਨੂੰ ਭਾਈ ਕਰਦਿਆਂ ਸੁਚੇਤ ਰਿਹਾ ਵੀ ਚੰਗਾ ਉਹਦਾ ਫਲ ਵੀ ਤੈਨੂੰ ਆਪ ਨੂੰ, ਮਾੜਾ ਉਹਦਾ ਫਲ ਵੀ ਤੈਨੂੰ ਦੁੱਖ ਦੇ ਰੂਪ ਵਿੱਚ ਮਿਲਣਾ। ਬਾਬਾ ਫਰੀਦ ਸਾਹਿਬ ਜੀ ਆਪਣੀ ਮੁਬਾਰਕ ਰਚਨਾ ਤੋਂ ਸਾਨੂੰ ਇਹ ਹੀ ਬਚਨ ਬੜੇ ਸੌਖੇ ਕਰਕੇ ਸਮਝਾ ਰਹੇ ਹਨ। ਫਰੀਦਾ ਲੋੜ ਹੈ ਲੱਖ ਬੇਜੋਰੀਆਂ, ਕਿੱਕਰ ਬੀਜੈ ਜੱਟ, ਹੰਢੈ ਉਨ ਕਟਾਏ ਦਾ ਪਹਿਲਾ ਲੋੜ ਹੈ ਪੱਟ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਇਹ ਮਨੁੱਖ ਕਿੱਕਰਾਂ ਦੇ ਬੀਜ ਬੀਜ ਕੇ, ਕਿੱਕਰਾਂ ਦੇ ਬੀਜ ਬੀਜ ਕੇ ਬਿਜੌਰ ਦੀਆਂ ਦਾਖਾਂ ਦੀ ਆਸ ਨਾ ਕਰਿਆ ਕਰ। ਕਹਿਣ ਤੋਂ ਮੁਰਾਦ ਮਾੜੇ ਕੰਮ ਕਰਕੇ ਸੁੱਖਾਂ ਦੀ ਆਸ ਨਾ ਰੱਖਿਆ ਕਰ। ਸਮਝ ਲੱਗ ਰਹੀ ਹੈ ਨਾ ਜੀ? ਫਿਰ ਆਪਣੇ ਕਰਮ ਦੇ ਬਚ ਰਹੇ ਆਪਾਂ। ਲੋੜ ਹੈ ਦਾਖ ਬਿਜੌਰੀਆਂ, ਬਿਜੌਰ ਦੀਆਂ ਦਾਖਾਂ। ਕਰਦਾ ਕੀ ਹੈ? ਕਿੱਕਰ ਬੀਜੈ ਜੱਟ, ਕੰਮ ਮਾੜੇ ਕਰਦਾ, ਲੋੜਦਾ ਸੁੱਖ ਹੀ ਸੁੱਖ ਮਿਲਣਾ। ਹੰਢੈ ਉੱਨ ਕਟਾਏ ਦਾ ਪਹਿਲਾ ਲੋੜ ਹੈ ਪੱਟ। ਕੱਤ ਦਾ ਤਾਂ ਉੱਨ ਨੂੰ ਹੈ ਤੇ ਪਹਿਲਾਂ ਲੋੜਦਾ ਰੇਸ਼ਮ। ਪਹਿਲਾਂ ਰੇਸ਼ਮ ਕਿੱਥੋਂ ਪਹਿਨੇਗਾ? ਜਿਹੋ ਜਿਹਾ ਕੱਤ ਰਿਹਾ ਹੈ, ਭਾਵ ਜਿਹੋ ਜਿਹਾ ਕਮਾ ਰਿਹਾ ਪਿਆਰਿਆ, ਮਿਲੂਗਾ ਤਾਂ ਉਹੋ ਜਿਹਾ, ਉਹੋ ਜਿਹਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਦੋਸ਼ ਨਾ ਦੀਜੈ ਕਾਹੂ ਲੋਗ, ਜੋ ਕਮਾਵਨ ਸੋਈ ਭੋਗ। ਆਸਾ ਜੀ ਦੀ ਵਾਰ ਹੁਣ ਥੋੜਾ ਸਮਾਂ ਹੋ ਗਿਆ ਗੁਰਮੁਖਾਂ ਕੋਲੋਂ ਸੁਣੀ ਹੈ ਤੁਸੀਂ, ਇਹਦੇ ਵਿੱਚ ਵੀ ਬੜਾ ਸੌਖਾ ਜਿਹਾ ਸਮਝਾ ਰਹੇ ਨੇ ਸਾਡੇ ਸਤਿਗੁਰੂ ਜੀ। ਪਾਤਸ਼ਾਹ ਜੀ ਕਹਿੰਦੇ ਜਿੱਤ ਸੇਵਿਆ ਸੁੱਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨਾ ਖੀਚਈ, ਦੇ ਲੰਮੀ ਨਦਰ ਨਿਹਾਲੀਐ। ਸ਼੍ਰੀ ਗੁਰੂ ਜੀ, ਗੁਰੂ ਨਾਨਕ ਬਾਬਾ ਜੀ, ਕਿਉਂਕਿ ਆਸਾ ਦੀ ਵਾਰ ਦੇ ਵਿੱਚ 24 ਪੌੜੀਆਂ ਨੇ ਨਾ ਜਿਹੜੀਆਂ, ਆਸਾ ਜੀ ਦੀ ਵਾਰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਚਨਾ ਹੈ। ਜਿਸ ਸਤਿਗੁਰੂ ਜੀ ਦੀ ਬਾਣੀ ਹੈ ਨਾ, ਪੌੜੀਆਂ ਉਸ ਸਤਿਗੁਰੂ ਦੀਆਂ ਹੁੰਦੀਆਂ ਨੇ। ਭਾਵੇਂ ਸ਼ਲੋਕ ਦੂਜੇ ਪਾਤਸ਼ਾਹ ਜੀ ਦੇ ਵੀ ਆਪਾਂ ਪੜ੍ਹਦੇ ਹਾਂ ਆਸਾ ਦੀ ਵਾਰ ਵਿੱਚ, ਦੂਸਰੇ ਪਾਤਸ਼ਾਹ ਜੀ ਦੇ ਸ਼ਲੋਕ ਵੀ ਪੜ੍ਹ ਰਹੇ ਹਾਂ ਤੇ ਪਹਿਲੇ ਪਾਤਸ਼ਾਹ ਜੀ ਦੇ ਸ਼ਲੋਕ ਵੀ ਪੜ੍ਹ ਰਹੇ ਹਾਂ, ਪਰ ਪੌੜੀਆਂ ਸਾਰੀਆਂ ਗੁਰੂ ਨਾਨਕ ਸਾਹਿਬ ਦੀ ਦੀਆਂ, ਕਿਉਂਕਿ ਆਸਾ ਦੀ ਵਾਰ ਜਿਹੜੀ ਬਾਣੀ ਹੈ ਗੁਰੂ ਨਾਨਕ ਸਾਹਿਬ ਦੀ ਰਚਨਾ। ਇੱਕ ਮਾਝ ਤੇ ਇੱਕ ਮਲਾਰ, ਇੱਕ ਆਸਾ, ਇਹ ਰਾਗ ਵਿੱਚ 3 ਵਾਰਾਂ ਨੇ ਜਿਹੜੀਆਂ ਗੁਰੂ ਨਾਨਕ ਸਾਹਿਬ ਜੀ ਦੀ ਰਚਨਾ। ਸ਼੍ਰੀ ਗੁਰੂ ਨਾਨਕ ਬਾਬਾ ਜੀ ਕਹਿੰਦੇ ਜਿੱਤ ਸੇਵਿਆ ਸੁੱਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਪਹਿਲੀ ਗੱਲ ਤਾਂ ਇਹੀ ਸਾਨੂੰ ਸਮਝਾ ਰਹੇ ਨੇ ਭਾਈ, ਜਿੱਤ ਸੇਵਿਆ, ਜਿਸ ਪਰਮਾਤਮਾ ਜੀ ਦੀ ਸੇਵਾ ਕਰਨ ਨਾਲ, ਸੇਵਿਆ ਕਰਮ ਨਾਲ ਕੀ ਹੋਊਗਾ? ਸੇਵਾ ਕਿਹੜੀ ਹੈ ਜੀ? ਹਰ ਕੀ ਟਹਿਲ ਕਮਾਵਣੀ, ਜਪਿਆ ਪ੍ਰਭ ਦਾ ਨਾਮ।
परमात्मा की सेवा यही है, क्योंकि परमात्मा जी की सेवा ਆਪਾਂ ਕੀ ਕਰਾਂਗੇ? ਕੋਈ ਮਨੁੱਖੀ ਸਰੀਰ ਹੋਵੇ, ਆਪਾਂ ਉਹਦੀ ਸੇਵਾ ਕਰਾਂਗੇ, ਢੱਕਣ ਨੂੰ ਜਲ ਦੇਵਾਂਗੇ, ਸਕਣ ਨੂੰ ਪ੍ਰਸ਼ਾਦਾ ਦੇਵਾਂਗੇ, ਸਰੀਰ ਦਾ ਇਸ਼ਨਾਨ ਕਰਨ ਵਾਸਤੇ ਪਾਣੀ ਦੇ ਦਿਆਂਗੇ, ਸੌਣ ਪੈਣ ਵਾਸਤੇ ਪ੍ਰਬੰਧ ਕਰ ਦਿਆਂਗੇ ਸਰੀਰ। ਪਰ ਪਰਮਾਤਮਾ ਜੀ ਤਾਂ ਸਰੀਰ ਹੈ ਹੀ ਨਹੀਂ, ਫਿਰ ਉਹਦੀ ਸੇਵਾ। ਗੁਰੂ ਸਵਾਰੀ ਸੰਗਤ ਦੀ ਸਰੀਰਕ ਸੇਵਾ ਹੱਥਾਂ ਪੈਰਾਂ ਨਾਲ ਕੀਤੀ ਜਾ ਸਕਦੀ ਹੈ, ਹੱਥਾਂ ਪੈਰਾਂ ਵਾਲੇ ਪੁਰਖ ਦੀ। ਪਰ ਇਹ ਮਾਨਸਿਕ ਸੇਵਾ ਹੈ ਅਕਾਲ ਪੁਰਖ ਜੀ ਦੀ, ਇਹਨੂੰ ਸਿਮਰਨ ਦੁਆਰਾ ਹੀ ਕੀਤਾ ਜਾ ਸਕਦਾ। ਵਾਹਿਗੁਰੂ ਜੀ ਨੂੰ ਸਿਮਰਿਆ ਜਾ ਸਕਦਾ। ਭਾਵ ਕਹਿਣ ਫਿਰ ਪਰਮਾਤਮਾ ਜੀ ਦੀ ਸੇਵਾ, ਪਰਮਾਤਮਾ ਜੀ ਨੂੰ ਯਾਦ ਰੱਖਣਾ, ਹਰ ਵੇਲੇ ਪਰਮਾਤਮਾ ਨੂੰ ਯਾਦ ਰੱਖਣਾ, ਇਹ ਪਰਮਾਤਮਾ ਦੀ ਸੇਵਾ ਹੈ। ਪਰਮਾਤਮਾ ਦੀ ਹੋਰ ਕਿਸੇ ਢੰਗ ਨਾਲ ਸੇਵਾ ਨਹੀਂ ਹੋ ਸਕਦੀ। ਜਿਹੜਾ ਕੋਈ ਭੈਣ ਵੀਰ ਚਾਹੁੰਦਾ ਹੈ ਕਿ ਮੈਂ ਵਾਹਿਗੁਰੂ ਜੀ ਦੀ ਸੇਵਾ ਕਰਾਂ, ਵਾਹਿਗੁਰੂ ਜੀ ਦੀ ਸੇਵਾ ਵਾਹਿਗੁਰੂ ਜੀ ਦਾ ਸਿਮਰਨ ਹੈ। ਇਸ ਕਰਕੇ ਜਿਤ ਸੇਵਿਆ ਸੁਖ ਪਾਈਏ, ਜਿਸ ਵਾਹਿਗੁਰੂ ਜੀ ਦਾ ਸਿਮਰਨ ਕਰਨ ਦੇ ਨਾਲ ਭਾਈ ਤੈਨੂੰ ਸੁਖ ਮਿਲਦਾ ਹੈ। ਤੋ ਸਾਹਿਬ ਸਦਾ ਸੰਭਾਲੀ ਹੈ, ਉਸ ਮਾਲਕ ਨੂੰ ਸਦਾ ਹੀ ਚੇਤੇ ਕਰਿਆ ਕਰ, ਸਦਾ ਹੀ ਯਾਦ ਕਰਿਆ ਕਰ। ਪਰ ਇੱਕ ਗੱਲ ਦਾ ਖਿਆਲ ਰੱਖ, ਸਾਨੂੰ ਸਾਰਿਆਂ ਨੂੰ ਸਾਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਮਝਾ ਰਹੇ ਨੇ, ਭਾਈ ਇੱਕ ਗੱਲ ਦਾ ਖਿਆਲ ਰੱਖ। ਹੁਣ ਤੁਸੀਂ ਕਹੋਗੇ ਹਾਂਜੀ ਗੁਰੂ ਨਾਨਕ ਪਾਤਸ਼ਾਹ ਜੀ, ਗੁਰੂ ਬਾਬਾ ਜੀ ਕਿਹੜੀ ਗੱਲ ਦਾ ਖਿਆਲ ਰੱਖੀਏ? ਗੁਰੂ ਨਾਨਕ ਸਾਹਿਬ ਜੀ ਕਹਿੰਦੇ ਜਿਤ ਕੀਤਾ ਪਾਈਏ ਆਪਣਾ ਸਹਾਲ ਬੁਰੀ ਕਿਉਂ ਢਾਲੀ ਹੈ। ਜਦੋਂ ਤੂੰ ਆਪਣੇ ਕੀਤੇ ਹੋਏ ਕਰਮਾਂ ਦਾ ਫਲ ਹੀ ਭੋਗਣਾ ਫਿਰ ਮਾੜਾ ਕੰਮ ਨਾ ਕਰਿਆ ਕਰ। ਸਮਝ ਆ ਗਈ? ਵਾਹਿਗੁਰੂ ਜੀ ਨੂੰ ਆਪਾਂ ਸਿਮਰਨਾ, ਪਰਮੇਸ਼ਰ ਜੀ ਨੂੰ ਸਿਮਰਨਾ, ਜਿਸ ਦੇ ਸਿਮਰਨ ਨਾਲ ਸਾਨੂੰ ਸੁੱਖ ਮਿਲਦਾ ਹੈ। ਪਰ ਇਸ ਗੱਲ ਦੀ ਵਿਚਾਰ ਰੱਖਿਆ ਕਰ ਵੀ ਜਿਹੋ ਜਿਹਾ ਕਰਮ ਕਰਦਾ ਹੈ ਨਾ ਤੂੰ, ਉਹੋ ਜਿਹਾ ਤੈਨੂੰ ਫਲ ਮਿਲਣਾ। ਚੰਗੇ ਕਰਮ ਦਾ ਫਲ ਸੁੱਖ ਹੈ, ਮਾੜੇ ਕਰਮ ਦਾ ਫਲ ਦੁੱਖ ਹੈ। ਇਸ ਕਰਕੇ ਜਿਤ ਕੀਤਾ ਪਾਈਏ ਆਪਣਾ, ਜਿਹੋ ਜਿਹਾ ਕਰਮ ਤੂੰ ਕਰ ਰਿਹਾ ਹੈ ਉਹਦੇ ਕੀਤੇ ਦਾ ਫਲ ਤੈਨੂੰ ਮਿਲਣਾ ਹੈ। ਤਾਂ ਘਾਲ ਬੁਰੀ ਕਿਉਂ ਢਾਲੀ? ਇਸ ਕਰਕੇ ਭਾਈ ਮਾੜਾ ਕੰਮ ਨਾ ਕਰਿਆ, ਮੰਦੇ ਕਰਮ ਨਾ ਕਰਿਆ ਕਰ। ਮੰਦੇ ਕਰਮਾਂ ਦੀ ਬਦੌਲਤ ਤੈਨੂੰ ਦੁੱਖ ਮਿਲਦਾ। ਕਈ ਵਾਰੀ ਵੇਖਦੇ ਆ ਨਾ ਆਪਾਂ ਮੰਦੇ ਕਰਮਾਂ ਨੂੰ ਕਰਦਿਆਂ ਹੋਇਆਂ ਸਾਨੂੰ ਸਕੂਨ ਜਿਹਾ ਮਿਲਦਾ ਹੈ, ਅਸੀਂ ਆਪਣੇ ਆਪ ਨੂੰ ਠੀਕ ਜਿਹਾ ਮਹਿਸੂਸ ਕਰਦੇ ਹਾਂ। ਪਰ ਉੱਥੇ ਤੱਕ ਹੀ ਨਾ ਸੀਮਤ ਰਿਹਾ ਕਰ ਵੀ ਮੰਦੇ ਕਰਮ ਕਰਨ ਦੇ ਵਿੱਚ ਕੋਈ ਸੁੱਖ ਮਿਲਦਾ ਹੈ। ਇਹਦਾ ਰਿਜ਼ਲਟ ਦੇਖਿਆ ਕਰ। ਰਿਜ਼ਲਟ ਸਮਝ ਰਹੇ ਹੋ ਜੀ? ਹਰੇਕ ਕੰਮ ਦਾ ਰਿਜ਼ਲਟ ਮਿਲਦਾ ਨਾ, ਰਿਜ਼ਲਟ ਵੇਖਿਆ ਕਰ ਵੀ ਇਹਦਾ ਰਿਜ਼ਲਟ ਕੀ ਨਿਕਲੂਗਾ, ਅੱਗੇ ਜਾ ਕੇ ਮੇਰੇ ਵਾਸਤੇ ਕੀ ਬਣਨਾ ਇਹਨੇ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੰਦਾ ਮੂਲ ਨਾ ਕੀਚਈ ਦੇ ਲੰਮੀ ਨਦਰ ਨਿਹਾਲੀ ਹੈ। ਭਾਈ ਬੜੀ ਵਿਚਾਰ ਤੋਂ ਬਾਅਦ ਕੋਈ ਕੰਮ ਕਰਿਆ ਕਰ, ਵਿਚਾਰ ਲਿਆ ਕਰ। ਵਿਚਾਰਨਾ ਕੀ ਹੁੰਦਾ ਹੈ? ਵਿਚਾਰਨਾ ਇਹ ਹੁੰਦਾ ਹੈ ਵੀ ਜਿਹੜਾ ਮੈਂ ਕੰਮ ਕਰ ਰਿਹਾ ਅੱਜ ਭਾਵੇਂ ਮੈਨੂੰ ਇਹ ਚੰਗਾ ਲੱਗ ਰਿਹਾ ਹੈ, ਪਰ ਜਦੋਂ ਇਹਦਾ ਫਲ ਮਿਲੂਗਾ ਮਾੜਾ ਕੰਮ ਹੈ, ਇਹਦਾ ਫਲ ਮੈਨੂੰ ਦੁੱਖ ਦੇ ਰੂਪ ਵਿੱਚ ਮਿਲੂਗਾ। ਦੁੱਖ ਸਹਾਰਨਾ ਬੜਾ ਔਖਾ ਹੋਗਾ, ਦੁੱਖ ਸਹਾਰਨਾ ਬੜਾ ਔਖਾ ਹੋ ਜਾਂਦਾ। ਥੋੜਾ ਜਿਹਾ ਮੈਂ ਆਪ ਜੀ ਦੇ ਚਰਨਾਂ ਵਿੱਚ ਸੌਖਿਆ ਸਮਝਿਆ ਜੇ ਸਾਨੂੰ ਸਾਰਿਆਂ ਨੂੰ ਇੱਕ ਬੇਨਤੀ ਕਰਾਂ। ਇੱਕ ਜ਼ਿਮੀਂਦਾਰ ਭਰਾ, ਜ਼ਮੀਨ ਜਾਇਦਾਦ ਬਹੁਤ ਸੀ, ਚੰਗਾ ਕੱਪੜਾ ਪਹਿਨਣਾ, ਚੰਗਾ ਖਾਣਾ। ਇੱਕ ਦਿਨ ਰਸਤੇ ਵਿੱਚ ਲੰਘਦਿਆਂ ਨਾ, ਰਸਤੇ ਵਿੱਚ ਲੰਘਦੇ ਆਪਣੇ ਖੇਤ ਤੋਂ ਗੇੜਾ ਮਾਰ ਕੇ ਘਰ ਨੂੰ ਆ ਰਿਹਾ ਸੀ। ਲੰਘਦੇ ਰਸਤੇ ਵਿੱਚ ਇੱਕ ਕੁੱਤਾ ਬੈਠਾ, ਉਹਨੇ ਨਾ ਉਹਨੂੰ ਭੌਂਕਿਆ ਉਹ ਕੁੱਤਾ, ਨਾ ਉਹਨੇ ਕੁਛ, ਆਰਾਮ ਨਾਲ ਬੈਠਾ ਰਿਹਾ। ਪਰ ਮਾਣ ਮੱਤੇ ਨੇ ਉਸ ਕੁੱਤੇ ਦੇ ਹੱਥ ਵਿੱਚ ਫੜਿਆ ਹੋਇਆ ਖੂੰਡਾ ਜ਼ੋਰ ਦੀ ਮਾਰਿਆ, ਕੁੱਤੇ ਦਾ ਪਿੱਛਾ ਟੁੱਟ ਗਿਆ, ਲੱਤਾਂ ਘੜੀਸ ਕੇ ਤੁਰਨ ਲੱਗਿਆ। ਉਦੋਂ ਤਾਂ ਦੇਖੋ ਉਹਨੂੰ ਲੱਗਿਆ ਚੰਗਾ ਜਿਹਾ ਵੀ ਮੈਂ ਕਿਤੇ ਕੋਈ ਬਹਾਦਰੀ ਵਾਲਾ ਕੰਮ ਕਰ ਲਿਆ। ਹੋ ਹੀ ਜਾਂਦਾ ਜੀ, ਅਸੀਂ ਕਈ ਵਾਰੀ ਇਹੋ ਜਿਹਾ ਕੁਛ ਕਰਦੇ ਹੀ ਹਾਂ। ਹੈ ਤੇ ਦੇਖੋ ਇਹ ਸੁਭਾਵਿਕ ਜੀ ਗੱਲ, ਪਰ ਸਮਾਂ ਪਾ ਕੇ ਦੋਨੇ ਲੱਤਾਂ ਤੋਂ ਨਕਾਰਾ ਹੋ ਗਿਆ। ਸਮਾਂ ਪਾ ਕੇ
ਟਾਈਮ ਜਦੋਂ ਆਇਆ ਨਾ, ਉਹ ਬੀਜ ਹਰਾ ਹੋ ਗਿਆ। ਉਹ ਹਰਾ ਹੋਇਆ ਬੀਜ ਜਦੋਂ ਫਲ ਦੇਣ ਤੇ ਆਇਆ, ਦੋਨੇ ਲੱਤਾਂ ਤੋਂ ਆਜਾ ਹੋ ਗਿਆ। ਜਦੋਂ ਲੱਤਾਂ ਤੋਂ ਆਜਾ ਹੋਇਆ, ਫੇਰ ਉਸ ਸਮੇਂ ਨੂੰ ਯਾਦ ਕਰ ਕਰਕੇ ਰੋਂਦਾ ਵੀ ਜਦੋਂ ਮੈਂ ਉਹਦੇ ਕੁੱਤੇ ਦੇ ਸੋਟੀ ਮਾਰੀ ਸੀ। ਸਮਝ ਆ ਗਈ ਨਹੀਂ? ਆਪਣੇ ਲਈ ਵੀ ਮੂਹਰੇ ਪਿਆਰ ਹੈ ਕੁਝ, ਜੋ ਕੁਝ ਕਰੀ ਜਾਂਦੇ ਆ ਕਿਸੇ ਨਾਲ। ਹੋਰ ਉਦਾਹਰਨ ਲੈ ਲਓ, ਕਈ ਮੇਰੇ ਵੀਰ, ਕਈ ਮੇਰੀਆਂ ਧੀਆਂ ਤੇ ਮੇਰੀਆਂ ਭੈਣਾਂ ਕੀ ਕਰਦੀਆਂ ਨੇ, ਅਣਜਾਣੇ ਵਿੱਚ ਉਹਨਾਂ ਨੂੰ ਸਮਝ ਨਹੀਂ ਕਰਦੀਆਂ, ਇਹ ਆਪਣੀ ਸੱਸ ਨਾਲ ਤੇ ਆਪਣੇ ਸਹੁਰੇ ਨਾਲ ਵਿਹਾਰ ਚੰਗਾ ਨਹੀਂ ਰੱਖਦੀਆਂ, ਜਾਂ ਸੱਸ ਸਹੁਰਾ ਨੂੰਹ ਨਾਲ ਵਿਹਾਰ ਚੰਗਾ ਨਹੀਂ ਰੱਖਦੇ। ਤੇ ਫਿਰ ਇਹ ਦੇਖੋ ਵੀ ਅੱਗੇ ਸਾਡੇ ਵੀ ਤੇ ਨੂੰਹਾਂ ਆਉਣੀਆਂ ਨੇ, ਸਾਡੇ ਵੀ ਪੁੱਤਾਂ ਨੇ ਸਾਡੀ ਸੇਵਾ ਸੰਭਾਲ ਕਰਨੀ ਹੈ। ਉਹ ਵੇਖ ਲਓ ਬਸ ਵੀ ਜੇ ਆਪਣੇ ਲਈ ਚੰਗਾ ਸੋਚਦੇ ਆ ਤਾਂ ਅੱਜ ਅਸੀਂ ਸੰਭਾਲਣਾ ਸ਼ੁਰੂ ਕਰ ਦਈਏ ਬਜ਼ੁਰਗਾਂ ਨੂੰ, ਨਹੀਂ ਸਾਡੇ ਨਾਲ ਵੀ ਇਹੀ ਕੁਝ ਹੋਣਾ, ਹੋ ਰਿਹਾ। ਜਦੋਂ ਅਸੀਂ ਨਹੀਂ ਕਿਸੇ ਦੀ ਪਰਵਾਹ ਕੀਤੀ, ਜਿਤ ਕੀਤਾ ਪਾਈਏ ਆਪਣਾ ਸਾਧਾਨ ਬੁਰੀ ਕਿਉਂ ਘਾਲੀ ਹੈ, ਕਿਉਂਕਿ ਆਪਾਂ ਜੀਵਨ ਵਿੱਚ ਸਿੱਖਣਾ ਹੈ ਕੁਝ। ਗੱਲਾਂ ਬਾਣੀ ਦੀਆਂ ਪੰਕਤੀਆਂ ਨੂੰ ਵਿਚਾਰ ਕੇ ਗਾਹਾਂ ਨਹੀਂ ਹੋ ਜਾਣਾ ਵੀ ਜੀਵਨ ਵਿੱਚ ਅਸੀਂ ਕੀ ਕਰੀ ਜਾਂਦੇ ਹਾਂ। ਮਾਂ ਬਾਪ ਨਾਲ ਚੰਗਾ ਵਿਹਾਰ ਨਹੀਂ, ਸੱਸ ਸਹੁਰੇ ਨਾਲ ਚੰਗਾ ਵਿਹਾਰ ਨਹੀਂ, ਉਹਨਾਂ ਨੂੰ ਸੱਸ ਸਹੁਰਾ ਹੀ ਸਮਝਿਆ ਹੋਇਆ, ਜਾਂ ਸੱਚ ਸਹੁਰਾ ਨੂੰ ਹੀ ਸਮਝਦੇ ਨੇ, ਧੀ ਨਹੀਂ ਸਮਝਦੇ, ਫੇਰ ਤਾਂ ਆਪਾਂ ਨੂੰ ਵੀ ਉਹੀ ਕੁਝ ਮਿਲੂਗਾ ਨਾ, ਉਹੀ ਕੁਝ ਮਿਲਣਾ ਜੋ ਕਿਸੇ ਨੂੰ ਦੇ ਰਿਹਾ ਤੂੰ। ਇਸ ਗੱਲ ਦੀ ਸਮਝ ਰੱਖਿਆ ਕਰ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਮੰਦਾ ਮੂੜ ਨਾ ਕੀਚਈ, ਦੇ ਲੰਮੀ ਨਜ਼ਰ ਨਿਹਾਲੀ ਹੈ। ਮਾੜਾ ਕੰਮ ਨਾ ਕਰਿਆ ਕਰ, ਬੜੀ ਲੰਮੀ ਨਿਗਾਹ ਭਾਵ ਬੜੀ ਸੋਚ ਵਿਚਾਰ ਕੇ ਵੇਖ ਲਿਆ ਕਰ ਵੀ ਇਹਦਾ ਫਲ ਕੀ ਮਿਲੂਗਾ। ਜਦੋਂ ਇਹਦਾ ਫਲ ਮਿਲੂਗਾ ਨਾ ਉਦੋਂ ਬੜਾ ਔਖਾ ਹੈ ਭੁਗਤਣਾ, ਉਦੋਂ ਬੜਾ ਔਖਾ ਹੈ ਫਲ ਭੋਗਣਾ। ਕੰਮ ਕਰਨੇ ਚ ਤਾਂ ਬੰਦੇ ਨੂੰ ਵਧੀਆ ਲੱਗਦੇ ਨੇ, ਬੜਾ ਕਰ ਲਿਆ, ਪਰ ਉਹਦੇ ਰਿਜ਼ਲਟ ਨਾ ਆਉਂਦੇ। ਜਦੋਂ ਰਿਜ਼ਲਟ ਆਉਂਦੇ ਕਿਸੇ ਚੀਜ਼ ਦਾ, ਆਪਾਂ ਸਾਨੂੰ ਮੁੜ ਕੇ ਮਿਲਦੀ ਹੈ ਨਾ, ਉਹਦਾ ਦੁੱਖ ਮਿਲਦਾ, ਉਦੋਂ ਫਿਰ ਸਾਨੂੰ ਚੇਤਾ ਆਉਂਦਾ ਹੈ। ਤੇ ਪਹਿਲਾਂ ਹੀ ਇਸ ਗੱਲ ਦਾ ਚੇਤਾ ਕਰ ਲਿਆ ਕਰ ਵੀ ਇਹ ਤਾਂ ਮੂਹਰੇ ਆ ਜਾਊਗਾ। ਇਸ ਕਰਕੇ ਸ੍ਰੀ ਗੁਰੂ ਦੇਵ ਜੀ ਕਹਿੰਦੇ ਸੁਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੈ ਜਿਨ ਦਾਤੈ ਦੀਏ। ਸੁੱਖ ਤੇ ਦੁੱਖ ਤੇਰੇ ਪੁਰਬ ਨੇ ਕੀਤੇ ਕਰਮਾਂ ਦੇ ਕਰਕੇ ਨੇ ਭਾਈ। ਪਰਮਾਤਮਾ ਨੂੰ ਜਾਣ, ਪਰਮਾਤਮਾ ਨੂੰ ਚੇਤਾ ਕਰ ਜਿਸ ਨੇ ਦਿੱਤੇ ਨੇ, ਕਿਉਂਕਿ ਉਹਨੇ ਤੇਰੇ ਸੁੱਖਾਂ ਦੇ ਤੇਰੇ ਚੰਗੇ ਕਰਮਾਂ ਦੇ ਬਦਲੇ ਸੁੱਖ ਦੇਣਾ। ਵਾਹਿਗੁਰੂ ਜੀ ਨੇ ਨਿਆਂਕਾਰੀ ਹੈ ਵਾਹਿਗੁਰੂ ਜੀ। ਉਹਦਾ ਕੀ ਨਿਆਂ ਹੈ ਵੀ ਚੰਗੇ ਕਰਮ ਕਰ ਰਹੇ ਆ ਸੁੱਖ ਮਿਲਣਗੇ, ਮਾੜੇ ਕੰਮ ਕਰ ਰਹੇ ਹੈ ਦੁੱਖ ਮਿਲਣਗੇ। ਇਹ ਉਹਦਾ ਨਿਆਂ ਹੈ। ਇਸ ਕਰਕੇ ਕਿਸ ਕੋ ਦੋਸ਼ ਦੇਹ ਕੋ ਪ੍ਰਾਣੀ, ਸਹੁ ਆਪਣਾ ਕੀਆ ਕਰਾਰਾ ਹੈ। ਜਦੋਂ ਮੰਦੇ ਕਰਮਾਂ ਦੇ ਫਲ ਦੁੱਖ ਦੇ ਰੂਪ ਵਿੱਚ ਭੋਗਦਾ ਉਦੋਂ ਕਿਸੇ ਨੂੰ ਦੋਸ਼ ਨਾ ਦਿਆ ਕਰ, ਤੇਰਾ ਆਪਣਾ ਕੀਤਾ ਹੀ ਹੈ। ਗੁਰਬਾਣੀ ਦੇ ਵਿੱਚੋਂ ਕਾਫੀ ਵਿਚਾਰ ਆਪਾਂ ਪ੍ਰਮਾਣ ਦੇ ਲੈ ਕੇ ਸਮਝ ਲਿਆ, ਤੇ ਇੱਥੋਂ ਹੁਣ ਆਪਣੇ ਮਨ ਨੂੰ ਆਪਾਂ ਇਸ ਦਿਹਾੜੇ ਤੇ, ਜਿਹਨੂੰ ਅਸੀਂ ਕਹਿੰਦੇ ਕੱਤਕ ਦੀ ਸੰਗਰਾਂਦ, ਇਹ ਸੋਚਣਾ ਮਾੜੇ ਮਨਾ ਅੱਜ ਤੋਂ ਮੰਦਾ ਕੰਮ ਨਹੀਂ ਕਰਿਆ ਕਰਦੇ, ਇਹ ਤਾਂ ਭੋਗਣਾ ਹੀ ਆਪ ਨੂੰ ਪੈਣਾ ਮਨਾ। ਗੁਰਬਾਣੀ ਦੇ ਵਿੱਚੋਂ ਦੱਸਿਆ ਜੀ ਤੁਹਾਨੂੰ, ਮੈਂ ਆਪਣੇ ਕੋਲੋਂ ਕੋਈ ਇੱਕ ਵਚਨ ਵੀ ਨਹੀਂ ਕਿਹਾ। ਸ਼੍ਰੀ ਗੁਰੂ ਜੀ ਦੀ ਬਾਣੀ ਵਿੱਚੋਂ ਪ੍ਰਮਾਣ ਦੇ ਦੇ ਕੇ ਇਹ ਗੱਲ ਸਮਝਾਉਣ ਦਾ ਯਤਨ ਕੀਤਾ ਵੀ ਆਪਾਂ ਨੂੰ ਕਰਮ ਚੰਗੇ ਕਰਨੇ ਚਾਹੀਦੇ ਨੇ, ਵੀ ਚੰਗਾ ਜਿਹੜਾ ਉਹਨਾਂ ਕਰਮਾਂ ਦੇ ਬਦਲੇ ਸਾਨੂੰ ਚੰਗੇ ਕਰਮਾਂ ਦੇ ਬਦਲੇ ਸੁੱਖ ਮਿਲੇ। ਲੋੜਦੇ ਆ ਸੁੱਖ, ਪਰ ਕੰਮ ਮੰਦੇ ਕਰਦੇ ਆ, ਕੰਮ ਮਾੜੇ ਕਰਦੇ ਆ, ਮਿਲੂਗਾ ਤੈਨੂੰ ਨਹੀਂ ਮਿਲਦਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਸੁੱਖ ਦੁੱਖ ਪੁਰਬ ਜਨਮ ਕੇ ਕੀਏ, ਸੋ ਜਾਣੈ ਜਿਨ ਦਾਤੈ ਦੀਏ। ਕਿਸ ਕੋ ਦੋਸ਼ ਦੇਹ ਤੂੰ ਪ੍ਰਾਣੀ, ਸਹੁ ਆਪਣਾ ਕੀਆ ਕਰਾਰਾ ਹੈ। ਤੈਨੂੰ ਆਪਣਾ ਕੀਤਾ ਹੋਇਆ ਹੀ ਸਹਿਣ ਕਰਨਾ ਪੈਣਾ ਹੈ। ਉਦੋਂ ਭਾਵੇਂ ਹੱਸ ਕੇ ਮਨਜ਼ੂਰ ਕਰ ਲਈ, ਭਾਵੇਂ ਰੋ ਕੇ। ਮਾੜਾ ਕੀਤਾ ਦੁੱਖ ਹੀ ਮਿਲਣਗੇ, ਭਾਵੇਂ ਦੁੱਖ ਨੂੰ ਹੱਸ ਕੇ ਹੰਢਾ ਲਈ, ਭਾਵੇਂ ਰੋਂਦਾ ਹੰਢਾ ਲਈ, ਦੁੱਖ ਹੰਢਾਉਣੇ ਪੈਣਗੇ, ਕਿਉਂਕਿ ਕੀਤਾ ਹੀ ਕੰਮ ਦੁੱਖਾਂ ਵਾਲਾ ਹੈ ਨਾ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕਤਕ ਕਰਮ ਕਮਾਵਣੇ, ਦੋਸ਼ ਨ ਕਾਹੂ ਜੋਗ।
ਭਾਈ ਕੱਤਕ ਦੇ ਮਹੀਨੇ ਵਿੱਚ ਸ਼ੁਭ ਉਪਦੇਸ਼ ਗੁਰੂ ਅਰਜਨ ਦੇਵ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ। ਜਿਹੋ ਜਿਹੇ ਕੰਮ ਕਰਦਾ ਭਾਈ ਉਹੋ ਜਿਹਾ ਕੀਤੇ ਕਰਮ ਦਾ ਫਲ ਤੈਨੂੰ ਮਿਲਦਾ ਹੈ। ਚੰਗੇ ਕਰਮ ਦਾ ਫਲ ਸੁੱਖ, ਮੰਦੇ ਕਰਮ ਦਾ ਫਲ ਦੁੱਖ। ਤੇ ਜਦੋਂ ਸੁੱਖ ਮਿਲਦਾ ਹੰਕਾਰ ਨਾ ਕਰਿਆ ਕਰ, ਜਦੋਂ ਦੁੱਖ ਮਿਲਦਾ ਉਦੋਂ ਕਿਸੇ ਨੂੰ ਲਾਂਭੇ ਨਾ ਦਿਆ ਕਰ, ਕਿਸੇ ਨੂੰ ਦੋਸ਼ ਨਾ ਦਿਆ ਕਰ, ਤੇਰੇ ਕੀਤੇ ਕਰਮਾਂ ਦੇ ਕਰਕੇ ਮਿਲ ਰਹੇ ਨੇ। ਫਿਰ ਹੋਰ ਸਾਨੂੰ ਰੋਗ ਵੀ ਲੱਗਦੇ ਨੇ, ਕਿਉਂਕਿ ਕਿਉਂ ਲੱਗਦੇ ਨੇ ਦੁੱਖ ਤੇ ਰੋਗ, ਕਿਉਂ ਆਉਂਦੇ ਨੇ? ਕੀਤੇ ਕਰਮਾਂ ਦੇ ਬਦਲੇ। ਦੂਜਾ ਵੀ ਕਾਰਨ ਹੈਗਾ। ਕੀ ਕਾਰਨ ਹੈ? ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਇੱਕ ਪ੍ਰਮਾਤਮਾ ਜੀ ਨੂੰ ਭੁੱਲ ਕੇ, ਪ੍ਰਮਾਤਮਾ ਜੀ ਦੀ ਭੁੱਲ ਵੀ ਬਹੁਤ ਵੱਡਾ ਪਾਪ ਹੈ ਨਾ। ਪਾਪ ਦੇ ਬਦਲੇ ਕੀ ਮਿਲਦੇ ਨੇ ਜੀ? ਦੁੱਖ। ਦੁੱਖ ਕਿਹੜੇ ਰੂਪ ਵਿੱਚ ਆਉਂਦਾ ਹੈ? ਬਹੁਤਾਤ ਵਿੱਚ ਦੁੱਖ ਰੋਗ ਦੇ ਰੂਪ ਵਿੱਚ ਆਉਂਦਾ ਹੈ। ਦੁੱਖ ਜਿਹੜਾ ਹੈ ਨਾ, ਸਾਨੂੰ ਰੋਗ ਦੇ ਕਰਕੇ ਦੁਖੀ ਹੋ ਜਾਂਦੇ ਆਪਾਂ। ਭਾਵੇਂ ਉਹ ਕਿਸੇ ਨੂੰ ਰੋਗ ਲੱਗਿਆ, ਪਰਿਵਾਰ ਦੇ ਜੀ ਨੂੰ, ਭਾਵੇਂ ਤੈਨੂੰ ਆਪ ਨੂੰ ਲੱਗ ਗਿਆ, ਬਸ ਉਹ ਲੱਗਿਆ ਹੋਇਆ ਰੋਗ ਤੈਨੂੰ ਦੁੱਖ ਦੇਈ ਜਾਂਦਾ। ਕਾਰਨ ਤੈਨੂੰ ਪ੍ਰਮਾਤਮਾ ਭੁੱਲ ਗਿਆ, ਵਾਹਿਗੁਰੂ ਜੀ ਤੇਰੇ ਯਾਦ ਨਹੀਂ ਰਿਹਾ। ਜੇ ਤੂੰ ਵਾਹਿਗੁਰੂ ਜੀ ਨੂੰ ਯਾਦ ਨਹੀਂ ਕਰਦਾ, ਫੇਰ ਭਾਈ ਪਾਪ ਹੈ ਇਹ। ਪ੍ਰਮਾਤਮਾ ਨੂੰ ਭੁੱਲਣਾ ਸਭ ਤੋਂ ਵੱਡਾ ਪਾਪ ਹੈ। ਹੁਣ ਪਾਪ ਦੇ ਬਦਲੇ ਤੈਨੂੰ ਮਿਲਿਆ ਦੁੱਖ। ਦੁੱਖ ਦਾ ਰੂਪ ਕੀ ਸੀ? ਰੋਗ। ਅਜੋਕੇ ਸਮੇਂ ਵਿੱਚ ਜ਼ਿਆਦਾਤਰ ਜਿਹੜੇ ਰੋਗਾਂ ਦੇ ਵਿੱਚ ਗ੍ਰਸੇ ਹੋਏ ਆ, ਅਸੀਂ ਰੋਗਾਂ ਵਿੱਚ ਲੱਗੇ ਹੋਏ, ਗ੍ਰਸੇ ਹੋਏ ਦੁਖੀ ਆ, ਪ੍ਰਮਾਤਮਾ ਜੀ ਦੀ ਭੁੱਲ ਦਾ ਕਾਰਨ ਹੀ ਹੈ। ਵਾਹਿਗੁਰੂ ਜੀ ਭੁੱਲ ਗਿਆ ਸਾਨੂੰ, ਪਰਮੇਸ਼ਰ ਜੀ ਭੁੱਲ ਗਏ ਸਾਨੂੰ। ਹਾਲਾਂਕਿ ਵਾਹਿਗੁਰੂ ਜੀ ਭੁੱਲਣੇ ਨਹੀਂ ਚਾਹੀਦੇ ਸੀ। ਸਤਿਗੁਰੂ ਜੀ ਦੀ ਬਾਣੀ ਦੇ ਵਿੱਚੋਂ ਪ੍ਰਮਾਣ ਲੈ ਲਓ, ਸਮਝੋ। ਸਭੇ ਦੁੱਖ ਸੰਤਾਪ ਜਾਂ ਤੁਧੋ ਭੁੱਲੀਏ। ਸਭੇ ਦੁੱਖ ਸੰਤਾਪ ਜਾਂ ਤੁਧੋ ਭੁੱਲੀਏ। ਵਾਹਿਗੁਰੂ ਜੀ ਸਾਰੇ ਦੁੱਖ ਤੇ ਸੰਤਾਪ, ਦੁੱਖ ਤੇ ਕਲੇਸ਼ ਮੈਨੂੰ ਆ ਚੰਬੜਦੇ ਨੇ। ਕਦੋਂ? ਜਾਂ ਜਦੋਂ ਤੈਨੂੰ ਭੁੱਲ ਜਾਂਦੇ ਆ। ਸਮਝ ਲੱਗੀ ਜੀ? ਜਦੋਂ ਤੈਨੂੰ ਭੁੱਲ ਜਾਂਦੇ ਆ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਵਾਹਿਗੁਰੂ ਜੀ ਭੁੱਲ ਗਿਆ, ਵਾਹਿਗੁਰੂ ਜੀ ਭੁੱਲ ਗਿਆ। ਬਸ ਭੁੱਲਣ ਦੇ ਬਦਲੇ ਬਹੁਤ ਵੱਡਾ ਪਾਪ ਹੋ ਗਿਆ ਤੇਰੇ ਕੋਲੋਂ। ਇਹ ਰੱਬ ਜੀ ਭੁੱਲ ਗਿਆ ਤੈਨੂੰ। ਬਸ ਪਾਪ ਦੇ ਬਦਲੇ ਦੁੱਖ। ਦੁਖੀ ਤਾਂ ਤੂੰ ਰੋਗਾਂ ਤੋਂ ਹੀ ਹੁੰਦਾ ਹੈ। ਕੋਈ ਸਰੀਰਕ ਰੋਗ ਲੱਗ ਗਿਆ, ਕੋਈ ਕਿਸੇ ਪਰਿਵਾਰ ਦੇ ਜੀ ਨੂੰ ਰੋਗ ਲੱਗ ਗਿਆ, ਕੋਈ ਕਾਰਨ ਐਸਾ ਬਣ ਗਿਆ ਜਿਹਦੇ ਨਾਲ ਤੂੰ ਮਨ ਦੇ ਵਿੱਚ ਦੁਖੀ ਰਹਿੰਦਾ। ਮਨ ਦੁੱਖ ਮਨ ਨੂੰ ਵਿਆਪਦਾ ਹੈ ਜੀ। ਰੋਗ ਸਰੀਰ ਨੂੰ ਲੱਗ ਗਿਆ, ਦੇਖੋ ਦੁਖੀ ਮਨ ਰਹਿੰਦਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜੇ ਕੀਚਨ ਲੱਖ ਉਪਾਵ ਤਾਂ ਕਹੀ ਨਾ ਭੁੱਲੀਐ। ਲੱਖਾਂ ਉਪਾਵ ਕਰੀ ਫਿਰ ਤੂੰ ਇਹਦਾ ਕੋਈ ਕਹਿ ਲੋ ਇਲਾਜ ਨਹੀਂ ਬਣਦਾ। ਜਿਸਨੂੰ ਵਿਸਰੈ ਨਾਉ ਸੋ ਨਿਰਪਨ ਕਾਂਢੀ ਹੈ। ਕਿਹੋ ਜਿਹੇ ਰੋਗ ਨੇ? ਜਿਸਨੂੰ ਪ੍ਰਮਾਤਮਾ ਭੁੱਲ ਜਾਂਦਾ ਹੈ, ਕੰਗਾਲ ਹੋ ਜਾਂਦਾ ਹੈ। ਕਈ ਵਾਰੀ ਮਾਇਆ ਕੋਲੋਂ ਚਲੀ ਜਾਂਦੀ, ਕਿਉਂਕਿ ਮਾਇਆ ਨੂੰ ਵਰਤਣ ਦੇ ਢੰਗ ਤਰੀਕੇ ਨੇ ਨਾ। ਭਾਵੇਂ ਅਰਬਾਂ ਤੇ ਕਰੋੜਾਂ ਕਮਾਈਏ, ਖਰਚਣ ਦਾ ਤਰੀਕਾ ਠੀਕ ਨਾ ਹੋਵੇ, ਕਰੋੜਾਂ ਨੇ ਵੀ ਨਹੀਂ ਰਹਿਣਾ। ਪਰ ਖਰਚਣ ਦਾ ਤਰੀਕਾ ਹੈਗਾ, ਹਜ਼ਾਰਾਂ ਤੇ ਲੱਖਾਂ ਦੇ ਵਿੱਚ ਵੀ ਜ਼ਿੰਦਗੀ ਬਹੁਤ ਸੋਹਣੀ ਲੰਘਾ ਸਕਦਾ ਹੈ। ਇਹ ਤਾਂ ਤੇਰੇ ਖਰਚਣ ਤੇ ਆ ਗਈ ਗੱਲ। ਫਿਰ ਹੁਣ ਜਿਹਦੇ ਨੂੰ ਰੱਬ ਭੁੱਲੇ ਜੀ, ਉਹਦੇ ਕੰਮ ਹੀ ਇਹੋ ਜਿਹੇ ਹੋ ਜਾਂਦੇ ਨੇ। ਜਿਸਨੂੰ ਵਿਸਰੈ ਨਾਉ ਸੋ ਜੋਨੀ ਹਾਂਢੀ ਹੈ। ਜਿਸਨੂੰ ਵਾਹਿਗੁਰੂ ਜੀ ਦਾ ਨਾਮ ਭੁੱਲੇ, ਉਹ ਜੂਨੀਆਂ ਦੇ ਵਿੱਚ ਫਿਰਦਾ। ਜੂਨੀਆਂ ਦੇ ਵਿੱਚ ਭਾਵ ਮਾਂ ਦੇ ਉਦਰ ਦੁਆਰਾ ਵਾਰ-ਵਾਰ ਸੰਸਾਰ ਵਿੱਚ ਆਉਂਦਾ ਹੈ। ਕਿਸੇ ਵੀ ਜੂਨੀ ਵਿੱਚ ਮਾਂ ਦੇ ਦੁਆਰਾ ਇਸ ਤਰ੍ਹਾਂ ਸੰਸਾਰ ਚ ਆਉਂਦੇ ਆ। ਜੋਨੀ ਹਾਂਢੀ ਹੈ।
जिस न बिसरै नाओ, जिस खसम न आवे चित, तिस जम डंड दे। वो तो सब तो बड़ा रोग, सब तो बड़ा दुख परमात्मा भुल गया। जम दियां अनेकां सजावां झलणियां पैंदियां ने, जिउंदे जी भी झल रहे हैं। मर के तो झलणियां पैणगियां, जिउंदे जी भी झल रहे हैं जमां दियां। जम किते पुत वल्लों कोई दुखी है, किते कोई धी वल्लों दुखी है, किते एक पत्नी पति वल्लों दुखी है भी नशेड़ी है, मंदे काम करता है, ते कोई पत्नी वल्लों दुखी है। हो गया ना, ये जम का दंड हुंदा है। ये सानू जम दे दंड ही मिले हुए ने। मीत सज्जन सब जाम हो जाते ने जदों रब जी भुले। मूँह साडे सारिਆਂ ਦੇ अलग-अलग पासे ਨੂੰ परमात्मा ਨੂੰ सिमरदे नहीं, ते फिर आपस ਵਿੱਚ खिचो ताण। ਇਹ भी तो एक जम का दंड ही है, आपस ਵਿੱਚ खिचो ताण होई जानी घर च। जिस घर ਵਿੱਚ विचार मिलते ने, आपस ਵਿੱਚ विचारां ਦੀ ਸਾਂਝ है, स्वर्ग है। जिथे विचार ही नहीं मिलते, भावें ਲੱਖਾਂ रुपया पिया है, कुछ भी है, तुहाडे कोले नरक की जिंदगी भोग रहे हो। जिउंदे जी जम दंड की सजा होगी ना। जिस खसम ना आवे चित रोगी से गणे, जिन्हों परमात्मा जी का नाम भुल गया। अनेकां वकार, वकारां चों रोग, अनेकां वकार परमात्मा जी भुल जाते। जदों कोई नशियां दे विशियां दे राह पै गया, मंदे राह पै गया, उत्थों फिर की हो गया, शरीर नूं रोग लग गए। शरीर नूं रोग लगे ते फिर रोगी मनुख हर वेले दुखी। सतगुरु जी की बाणी विच उदाहरण ले लो। पातशाह जी कहते जीओ तपत है बारो बार, तप तप खपै बहुत बेकार। जै तन बाणी बिसर जाए, ज्यों पक्का रोगी से मिलाए। पढ़ो अमृतमई बाणी दे विचों 662 नंबर अंग, राग धनासरी, श्री गुरु नानक बाबा जी की बाणी में। अपने को एक लफ्ज भी नहीं कह रहे तुहानूं। सतगुरु जी की बाणी, जिस बाणी नूं असीं कहने जी बाणी गुरु, गुरु है बाणी विच। बाणी अमृत सारे, आ अमृत है बाणी दे विच सारी च। आ जिहड़ी सानूं समझ मिल रही है, विच बाणी अमृत सारे। गुरबाणी कहे, गुरु की बाणी कह रही है सानूं। सेवक जन मन है, असीं मान लीए गुरु की बाणी का कहना। प्रतख गुरु ने सारे सानू समझ आ जानी है। जीवन जुगत है की है, परमात्मा किवें मिलूंगा, जिउणा किवें है। जिस खसम ना आवी चित सो खरो अहंकारी जा। जिन्हों वाहिगुरु जी भुलिया जी बड़ा अहंकारी हो जाता। भुलिया परमात्मा अहंकारी हो। सो ये दुहिला जग जिन नाम विसारिया, सारिया नालों बंदा दुखी है जिन्हें वाहिगुरु जी का नाम भुला दिता है। वाहिगुरु जी की भुल विचों अनेक रोग लग जाते हैं। परमेश्वर ते भुलिया व्यापण सभे रोग। इस करके बेनती आपां नूं इह करनी चाहिए है, पातशाह जी हो कृपाल स्वामी मेरे, संतां संग विहावे, तुदों भुले से जम जम मरदे, कदे ना चुकण हावे। श्री गुरुदेव जी कहंदे है परमेश्वर जी मेरे ते कृपा करो, है मेरे मालक मेरे ते मेहर कर। मेरी गुरु जी दे चरनां विच आ जिहड़ी मेरी अरबल है, मैनूं तूं समां दिता है ना जिंदगी जिउण दा, ये मेरी जिंदगी तेरे चरनां दे विच लंघे, तेरी संगत विच लंघे। गुरु ग्रंथ साहिब सच्चे पातशाह जी आप जी की संगत विच बैठ के मेरा ये समा लंघे। हो कृपाल स्वामी मेरे, संतां संग बिहावे, तुदों भुले से जम जम मरदे। जिहड़े तैनूं भुल जांदे ने ना, संगत विचों तेरी याद आउंदी है, पर संगत विचों तेरी याद, पर संगत तो टुट के मैनूं रब जी भुल जांदे ने। पर जिहड़े तेरे तो भुल जांदे ने, बार बार जमदे ने, बार बार मरदे ने। जम जम मरदे तिन कदे ना चुकण हावे, उन्हां दे हौके हावे कदे नहीं मुकदे, कदे नहीं मुकदे। इस करके श्री गुरुदेव जी कहते परमेश्वर ते भुलिया व्यापण सभे रोग। वाहिगुरु जी नूं भुल के भाई सारे रोग आ चंबड़दे ने।
ਅਗਲੀਆਂ ਪੰਕਤੀਆਂ ਵਿੱਚ ਸ੍ਰੀ ਗੁਰੂ ਦੇਵ ਜੀ ਕਹਿੰਦੇ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਬੇਜੋਗ। ਬੇਮੁਖ, ਬੇਮੁਖ ਗੁਰੂ ਸਵਾਰੀ ਸੰਗਤ ਜੀ ਪਰਮਾਤਮਾ ਜੀ ਦੇ ਵੱਲੋਂ ਮੂੰਹ ਮੋੜ ਲੈਣਾ, ਮੂੰਹ ਮੋੜ ਲੈਣਾ, ਵਿਸਾਰ ਦੇਣਾ ਵਾਹਿਗੁਰੂ ਜੀ ਨੂੰ, ਚੇਤਾ ਨਾ ਕਰਨਾ, ਯਾਦ ਨਾ ਕਰਨਾ। ਸ਼੍ਰੀ ਗੁਰੂਦੇਵ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਤੂੰ ਤੇ ਸਮਝਦਾ ਕੀ ਹੋ ਗਿਆ ਜੇ ਰੱਬ ਭੁੱਲਿਆ। ਬਹੁਤਿਆਂ ਨਾਲ ਗੱਲ ਕਰੋ ਤੇ ਇਹੀ ਕਹਿੰਦੇ ਨੇ, ਪਰ ਜਨਮਾਂ ਜਨਮਾਂ ਦੇ ਤੈਨੂੰ ਪਰਮਾਤਮਾ ਨਾਲੋਂ ਵਿਛੋੜੇ ਪੈ ਗਏ। ਬਾਰ-ਬਾਰ ਦਾ ਜਨਮ ਮਰਨ, ਮਰਨ ਜਨਮ, ਇਹ ਹੁੰਦਾ ਰਹਿੰਦਾ, ਤਾਂ ਹੁੰਦਾ ਰਹਿੰਦਾ ਤੈਨੂੰ ਰੱਬ ਭੁੱਲ ਗਿਆ, ਪਰਮਾਤਮਾ ਭੁੱਲ ਗਿਆ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਖਿਨ ਮੈਂ, ਇੱਕ ਖਿਨ ਜਿੰਨੇ ਸਮੇਂ ਵਿੱਚ, ਪਲ ਜਿੰਨੇ ਸਮੇਂ ਦੇ ਵਿੱਚ ਜਿਹੜੇ ਮਾਇਆ ਦੇ ਭੋਗ ਸੀ ਨਾ, ਮਾਇਆ ਦੇ ਭੋਗ ਜਿਹੜੇ ਬੜੇ ਖੁਸ਼ੀ ਨਾਲ ਭੋਗ ਰਿਹਾ, ਇੱਕ ਖਿਨ ਵਿੱਚ ਕੌੜੇ, ਬੇਸਵਾਦੇ। ਕਿਉਂ? ਇੱਕ ਸਵਾਦ ਜ਼ਿੰਦਗੀ ਦੇ ਵਿੱਚ ਗੁਰੂ ਸਵਾਰੀ ਸੰਗਤ ਜੀ ਹੈ ਵਾਹਿਗੁਰੂ ਜੀ ਦੀ ਯਾਦ ਦਾ। ਜਿਨ੍ਹਾਂ ਨੇ ਵਾਹਿਗੁਰੂ ਜੀ ਦੀ ਯਾਦ ਦਾ ਸਵਾਦ ਨਹੀਂ ਨਾ ਮਾਣਿਆ, ਜਿਹੜੇ ਸਵਾਦਾਂ ਵਿੱਚ ਲੱਗੇ ਆ, ਇੱਕ ਦਿਨ ਇਹ ਸਵਾਦ ਕੌੜੇ ਹੋਣਗੇ। ਇੱਕ ਦਿਨ ਇਹ ਸਵਾਦ ਸਾਨੂੰ ਸਵਾਦਲੇ ਲੱਗਦੇ ਨੇ, ਕੌੜੇ ਹੋਣਗੇ। ਕੌੜੇ ਕਿਉਂ ਹੋਣਗੇ? ਹਰ ਕਿਸੇ ਨੇ ਮੂੰਹ ਮੋੜਨਾ। ਪਰਮਾਤਮਾ ਵੱਲ ਤੂੰ ਮੂੰਹ ਨਹੀਂ ਕਰਿਆ, ਜਿਹਨੇ ਤੇਰਾ ਸਾਥ ਦੇਣਾ ਸੀ, ਜਿਹਨੇ ਤੈਨੂੰ ਹੌਸਲਾ ਦੇ ਕੇ ਰੱਖਣਾ ਸੀ ਇਹੋ ਜਿਹੇ ਸਮਿਆਂ ਵਿੱਚ ਵੀ, ਉਹਦੇ ਵੱਲ ਤੂੰ ਨਹੀਂ ਮੁੱਖ ਕਰਿਆ। ਤੇ ਜਿਨ੍ਹਾਂ ਪਦਾਰਥਾਂ ਵੱਲ ਜਾਂ ਜਿਨ੍ਹਾਂ ਜੀਆਂ ਦੇ ਵੱਲ, ਜਿਸ ਪਰਿਵਾਰ ਵੱਲ ਤੂੰ ਮੁੱਖ ਕਰਕੇ ਰੱਖਿਆ, ਇੱਕ ਦਿਨ ਜ਼ਰੂਰ ਮੂੰਹ ਮੋੜਨਗੇ। ਸਮਾਂ ਬੜਾ ਤੇਰੇ ਵਾਸਤੇ ਇਸ ਤਰ੍ਹਾਂ ਦਾ ਆਜੂਗਾ, ਤੂੰ ਕਹੇਗਾ ਇਹ ਲੋਕ ਕਹਿੰਦੇ ਨੇ ਇਹ ਸਭ ਕੁਝ ਦੇ ਵਿੱਚ ਸਵਾਦ ਹੈ, ਇਹਦੇ ਵਰਗਾ ਤਾਂ ਕੌੜਾ ਹੀ ਕੋਈ ਨਹੀਂ। ਪੁੱਤ ਵੱਡਾ ਹੋਇਆ, ਜਿੰਨਾ ਚਿਰ ਤੂੰ ਲਾਡ ਲਡਾਏ, ਪਾਲਣ ਪੋਸ਼ਣ ਕੀਤਾ, ਜੇ ਉਹਨੂੰ ਕੋਈ ਚੰਗੀ ਸਿੱਖਿਆ ਨਾ ਦਿੱਤੀ ਨਾ, ਜਦੋਂ ਉਹਨੇ ਅੱਖਾਂ ਦਿਖਾਈਆਂ, ਉਦੋਂ ਹੀ ਤੇਰੇ ਵਾਸਤੇ ਸਭ ਕੁਝ ਹੀ ਵਿਅਰਥੀ ਹੋ ਗਿਆ। ਮਨਾ ਕੋਈ ਸਵਾਦ ਨਹੀਂ ਜ਼ਿੰਦਗੀ ਦਾ। ਇੱਕੋ ਇੱਕ ਪੁੱਤ ਸੀ, ਕਿਉਂਕਿ ਅਜੋਕਾ ਸਮਾਂ ਹੈ ਹੀ ਇਹ ਹੈਗਾ। ਘਰ ਦੇ ਵਿੱਚ ਵੱਧ ਤੋਂ ਵੱਧ ਇੱਕ ਲੜਕੀ, ਇੱਕ ਲੜਕਾ, ਇੱਕ ਪੁੱਤ, ਇੱਕ ਧੀ, ਤੇ ਉਹਨੂੰ ਪਤਾ ਹੀ ਹੁੰਦਾ ਵੀ ਮੇਰੇ ਬਿਨਾਂ ਇਹਨਾਂ ਨੇ ਕਿਹਦੇ ਇਤਿਹਾਸ ਰੱਖਣੀ ਹੈ ਕੋਈ। ਇਸ ਕਰਕੇ ਜਦੋਂ ਅੱਖਾਂ ਦਿਖਾਉਂਦਾ, ਜਦੋਂ ਰੁੱਖਾਂ ਬੋਲਦਾ, ਉਦੋਂ ਉਹਦੇ ਕੌੜੇ ਬੋਲ ਸਾਨੂੰ ਹੋਰ ਵੀ ਕੌੜੇ ਲੱਗਦੇ ਨੇ, ਕਿਉਂਕਿ ਆਸ ਤਾਂ ਇਹ ਰੱਖੀ ਸੀ, ਇਹਦੇ ਤੋਂ ਇਹ ਆਸ ਨਹੀਂ ਸੀ ਰੱਖੀ, ਇਹਨੇ ਕੀ ਕਰਕੇ ਰੱਖਾ ਸਾਨੂੰ। ਹੁਣ ਤਾਂ ਚੰਗੇ ਚੰਗੇ ਲੱਗਦੇ ਨੇ ਨਾ, ਪਰ ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਇਹ ਮਾਇਆ ਦੇ ਜਿਹੜੇ ਭੋਗ ਭੋਗੇ ਨਾ, ਇੱਕ ਛਿਣ ਵਿੱਚ ਕੌੜੇ, ਇੱਕ ਛਿਣ ਵਿੱਚ, ਕਿਉਂਕਿ ਇਹਨਾਂ ਦਾ ਰੂਪ ਬਦਲਦਾ ਹੈ। ਸੰਸਾਰ ਤਬਦੀਲ ਹੁੰਦਾ, ਬਦਲਦਾ। ਇੱਕ ਪ੍ਰਮਾਤਮਾ ਨਹੀਂ ਬਦਲਦਾ, ਜਿਸ ਨਾਲ ਅਸੀਂ ਜੁੜੇ ਨਹੀਂ, ਜਿਸ ਨੂੰ ਅਸੀਂ ਯਾਦ ਨਹੀਂ ਕੀਤਾ। ਬਾਕੀ ਸਭ ਕੁਝ ਬਦਲਦਾ ਹੈ। ਜਿਹੜਾ ਬਦਲਦਾ ਹੈ ਉਹਨੇ ਬਦਲਣਾ, ਤੈਨੂੰ ਯਕੀਨ ਹੀ ਨਹੀਂ ਆਇਆ। ਜਿਹੜਾ ਬਦਲਦਾ ਹੈ ਉਹਨੇ ਬਦਲਣਾ ਹੈ, ਯਕੀਨ ਕਰ, ਯਕੀਨ ਕਰ। ਬਦਲਾ ਹੈ, ਸੂਰਜ ਇੱਧਰ ਪਾਸੋਂ ਚੜਿਆ, ਛਿਪਣਾ ਇੱਧਰਲੇ ਪਾਸੇ, ਅੰਦਰ ਜਾਣਾ ਹੀ ਜਾਣਾ ਉਹਨੇ। ਇਹ ਤੂੰ ਕਹਿ ਨਹੀਂ ਸਕਦਾ ਦਿਨ ਚੜ੍ਹੇ ਹੀ ਰਹੇ, ਇਹ ਤਾਂ ਛਿਪਣਾ ਹੈ, ਬਦਲਾਵ ਹੈ। ਦਿਨ ਚੜ੍ਹਿਆ, ਰਾਤ ਆਉਣੀ ਹੈ। ਤੇ ਜਿਹੜੇ ਜਿਹੜੇ ਤੂੰ ਆਪਣੇ ਆਸਰੇ ਬਣਾਏ, ਇਹਨਾਂ ਆਸਰਿਆਂ ਨੇ ਇੱਕ ਦਿਨ ਤੈਨੂੰ ਨਿਆਸਰੇ ਦਿਖਾ ਦੇਣਾ ਵੀ ਤੂੰ ਨਿਆਸਰਾ ਹੀ ਹੈ। ਕਿਉਂਕਿ ਆਸਰਾ ਕੋਈ ਕਦਾ ਤੱਕਿਆ ਨਹੀਂ, ਕਦੇ ਮਾਇਆ ਦੇ ਆਸਰੇ ਲਏ, ਕਿਤੇ ਧੀਆਂ ਪੁੱਤਾਂ ਦੇ ਆਸਰੇ ਲਏ, ਕਿਤੇ ਜ਼ਮੀਨ ਜਾਇਦਾਦ ਦੇ ਆਸਰੇ ਲਏ, ਕਿਤੇ ਰਾਜਨੀਤੀ ਦੇ ਆਸਰੇ ਲਏ। ਇਹਨਾਂ ਆਸਰਿਆਂ 'ਚ ਰਹਿੰਦਾ ਇੱਕ ਆਸਰਾ ਛੱਡ ਬੈਠਿਆ, ਪ੍ਰਮਾਤਮਾ ਦਾ ਆਸਰਾ। ਉਹ ਆਸਰਾ ਰੱਖੇ ਹੀ ਨਹੀਂ। ਵਾਹਿਗੁਰੂ ਜੀ ਦੇ ਆਸਰੇ ਨੂੰ ਭੁਲਾਈ ਬੈਠਿਆ। ਜੇ ਕਿਤੇ ਉਹ ਆਸਰਾ ਨਾਲ ਰੱਖਦਾ, ਜਦੋਂ ਸਾਰੇ ਆਸਰਿਆਂ ਨੇ ਮੂੰਹ ਮੋੜਨਾ ਸੀ, ਤੈਨੂੰ ਆਸ ਰਹਿਣੀ ਸੀ ਉਹ ਆਸਰਾ ਮੇਰੇ ਕੋਲੇ ਹੈ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਆਨੰਦਪੁਰ ਦਾ ਕਿਲ੍ਹਾ ਛੁੱਟ ਗਿਆ, ਛੱਡਤਾ, ਤੇ ਛੋਟੇ ਸਾਹਿਬਜ਼ਾਦੇ ਇੱਕ ਪਾਸੇ, ਪਰਿਵਾਰ ਇੱਕ ਪਾਸੇ, ਆਪ ਸਾਹਿਬਜ਼ਾਦਿਆਂ ਨਾਲ ਇੱਕ ਪਾਸੇ,
ਸਰਸਾ ਦੇ ਪਾਣੀ ਦੇ ਵਿੱਚ ਕੁਝ ਸਿੰਘ ਰੁੜ ਗਏ, ਉਹ ਵੀ ਆਪਣੇ ਪਾਸੇ ਨੂੰ ਚਲੇ ਗਏ। ਥੋੜੇ ਜਿਹੇ ਚਮਕੌਰ ਵਿੱਚ ਪਹੁੰਚਦੇ ਨੇ, ਉਹ ਵੀ ਸ਼ਹੀਦ ਹੁੰਦੇ ਨੇ ਤੇ ਅੱਗੇ ਜਾਂਦੇ ਨੇ। ਚਮਕੌਰ ਤੋਂ ਨਾਲ ਤਿੰਨ ਹੀ ਨੇ, ਤਿੰਨ ਵੀ ਕਿਤੇ ਜੰਗਲੀ ਰਸਤੇ 'ਚ ਉਹ ਵੀ ਅਲੱਗ ਰਹਿ ਗਏ ਤੇ ਇਕੱਲਾ ਹੀ ਹੈ। ਤੇ ਉੱਥੇ ਕੀ ਕਹਿੰਦਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਜੇ ਕਿਤੇ ਹੈਗਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲ ਮਿੱਤਰ ਪਿਆਰਾ, ਤਾਂ ਹੀ ਕਹਿੰਦਾ ਸੀ। ਉਹ ਮਿੱਤਰ ਪਿਆਰੇ ਤੂੰ ਸੰਸਾਰ ਨੂੰ ਬਣਾ ਕੇ ਰੱਖਿਆ, ਵਾਹਿਗੁਰੂ ਜੀ ਤਾਂ ਮਿੱਤਰ ਪਿਆਰਾ ਬਣਿਆ ਹੀ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਕੋਲੇ ਕਿਹੜਾ ਆਸਰਾ ਸੀ ਉਦੋਂ, ਜਿਹਨੂੰ ਕਹਿੰਦਾ ਸੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਕਿਉਂਕਿ ਰਜਾਈਆਂ ਕੋਲੇ ਹੈ ਨਹੀਂ ਸੀ। ਕਿੱਥੇ ਸੀ ਰਜਾਈ ਉੱਥੇ? ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਲਿਬਾਸਾਂ ਦੇ ਰਹਿਣਾ। ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ। ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਇਹ ਉਹੀ ਕਹਿ ਸਕਦਾ ਜਿਹਦੇ ਕੋਲੇ ਉਹਦਾ ਆਨਸਰ ਹੈ। ਨਹੀਂ ਤੇ ਮਨੁੱਖ ਕਈ ਵਾਰੀ ਗੁਰੂ ਸਵਾਰੀ ਸੰਗਤ ਜੀ ਇੰਨਾ ਟੁੱਟ ਜਾਂਦਾ, ਸੁਸਾਈਡ ਵਗੈਰਾ ਕਰ ਬੈਠਦਾ ਵੀ ਮੇਰਾ ਤਾਂ ਸਹਾਰਾ ਹੀ ਕੋਈ ਨਹੀਂ ਰਿਹਾ। ਪਰ ਜਿਸ ਸਥਿਤੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਲੰਘਿਆ, ਤੈਨੂੰ ਉਹ ਦੱਸਿਆ ਉਹਨੇ ਜੀਵਨ ਵਿੱਚ ਸਭ ਕੁਝ ਤੋਂ ਮੂੰਹ ਮੋੜ ਸਕਦਾ ਹੈ, ਸਾਰਾ ਕੁਝ ਤੇਰੇ ਤੋਂ ਪਰੇ ਹੋ ਸਕਦਾ ਹੈ, ਪਰ ਆਸਰਾ ਜੇ ਤੇਰੇ ਕੋਲੇ ਇੱਕ ਦਾ ਕਦੇ ਡੋਲੇਗਾ। ਪਰ ਆਪਾਂ ਉਹ ਆਸਰਾ ਰੱਖਦੇ ਨਹੀਂ। ਹੋਰ ਆਸਰਿਆਂ ਦੇ ਨਾਲ ਨਾਲ ਇਹ ਆਸਰਾ ਕਦੇ ਸਾਨੂੰ ਵਿਸਰੇ ਨਾ। ਵਾਹਿਗੁਰੂ ਜੀ ਤੂੰ ਮੇਰਾ ਆਸਰਾ, ਤੂੰ ਸੱਚ ਤੋਂ ਆਸਰਾ। ਤੇ ਜਦੋਂ ਦੁਨਿਆਵੀ ਆਸਰੇ ਖਹਿੜਾ ਛੱਡਦੇ ਨੇ, ਜੋ ਸਭ ਕੁਝ ਮਾਇਆ ਦੇ ਭੋਗ ਜਿਹੜੇ ਨੇ ਨਾ ਕੌੜੇ ਹੋ ਜਾਂਦੇ ਨੇ। ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ, ਵਿੱਚ ਕਹੀਏ ਜੀ ਵਿਚੋਲਗੀ। ਜਦੋਂ ਪਰਮਾਤਮਾ ਨਾਲ ਭੁੱਲੇ ਹੋਏ, ਵਾਹਿਗੁਰੂ ਜੀ ਨੂੰ ਭੁੱਲੇ ਹੋਏ, ਸੰਸਾਰ ਵਿੱਚ ਜੁੜੇ ਹੋਏ, ਸੰਸਾਰ ਦੇ ਵਿੱਚੋਂ ਸੰਸਾਰੀ ਲੋਕਾਂ ਨੇ ਮੂੰਹ ਮੋੜ ਲਿਆ, ਉਸ ਵੇਲੇ ਮਨ ਤੇ ਇਸ ਤਰ੍ਹਾਂ ਦਾ ਗਹਿਰਾ ਅਸਰ ਹੋਇਆ, ਇਸ ਤਰ੍ਹਾਂ ਦੀ ਸੱਟ ਲੱਗੀ, ਮਨਾ ਕੋਈ ਵੀ ਨਹੀਂ। ਫਿਰ ਜਿਹੜੇ ਸੁੱਖਾਂ ਵਿੱਚ ਸੀ ਤੂੰ ਬੜਾ ਦੁਖੀ ਹੋ ਗਿਆ। ਇਹਨਾਂ ਦੁੱਖਾਂ ਦੇ ਵਾਸਤੇ ਤੂੰ ਥਾਂ ਪਰ ਥਾਂ ਰੋਂਦਾ ਫਿਰਦਾ। ਇਹ ਮਰਨ ਦਾ ਰੋਗ ਹੈ। ਇਹਦੇ ਵਾਸਤੇ ਹੁਣ ਤੇਰੀ ਕੋਈ ਵਿਚੋਲਗੀ ਨਹੀਂ ਕਰ ਸਕਦਾ, ਵਿੱਚ ਨਾ ਕੋਈ ਕਰ ਸਕੇ। ਕਿਸੇ ਨੇ ਵਿਚੋਲਗੀ ਕਰਕੇ ਤੇਰੇ ਇਹ ਦੁੱਖ ਨੂੰ ਦੂਰ ਨਹੀਂ ਕਰਨਾ। ਜਿਹੜਾ ਦੁੱਖ ਤੈਨੂੰ ਤੇਰੇ ਸੁੱਖ ਦੇ ਸਾਧਨਾਂ ਚੋਂ ਮਿਲ ਗਿਆ ਨਾ, ਜਿਹੜੇ ਸੁੱਖ ਦੇ ਸਾਧਨਾਂ ਚੋਂ ਤੈਨੂੰ ਸੁੱਖ ਮਿਲ ਰਹੇ ਸੀ, ਉਹਨਾਂ ਵਿੱਚੋਂ ਹੀ ਤੈਨੂੰ ਦੁੱਖ ਮਿਲ ਗਿਆ। ਉਹਨਾਂ ਵਿੱਚੋਂ ਹੀ ਜਿਹੜਾ ਦੁੱਖ ਲੱਗ ਗਿਆ, ਹੁਣ ਦੱਸ ਵਿਚੋਲਗੀ ਕਿਸੇ ਨੇ ਨਹੀਂ ਕਰਨੀ ਵੀ ਤੈਨੂੰ ਮੋੜ ਕੇ ਸੁੱਖਾਂ ਨੂੰ ਵਿੱਚ ਜੋੜ ਦੇ। ਜਾਂ ਤੈਨੂੰ ਜਿਹੜਾ ਸੁੱਖ ਦੱਸਿਆ ਸੀ ਵਾਹਿਗੁਰੂ ਜੀ ਦੇ ਨਾਮ ਦਾ, ਉਹ ਸੁੱਖ ਹੁਣ ਉਹਦੇ ਵਾਸਤੇ ਕਿਸੇ ਨੇ ਵਿਚੋਲਗੀ ਨਹੀਂ ਕਰਨੀ ਵੀ ਤੂੰ ਆਤਮਿਕ ਤੌਰ ਤੇ ਪਰਮਾਤਮਾ ਨਾਲ ਜੁੜ। ਇਹ ਵਿਚੋਲਗੀ ਕਰਨ ਵਾਲੇ ਨੇ ਪਹਿਲਾਂ ਕੀਤੀ, ਆ ਹੁਣ ਵਿਚੋਲਗੀ ਕਰ ਰਹੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸਮਝ ਦੇ ਰਹੇ ਨੇ, ਵਿਚੋਲਗੀ ਕਰ ਰਹੇ ਨੇ। ਪਰ ਜਦੋਂ ਤੂੰ ਨਾ ਸੁਣੀ, ਤੇਰੀ ਵਿਚੋਲਗੀ ਕਿਹਨੇ ਕਰਨੀ ਹੈ? ਦੁਨੀਆ ਮੂੰਹ ਮੋੜੂਗੀ ਪਿਆਰਿਆ। ਇਹਨੂੰ ਇੰਨਾ ਵਿਸ਼ਵਾਸ ਨਾ ਰਹਿ ਵੀ ਦੁਨੀਆ ਸਾਥ ਨਾ ਛੱਡੂਗੀ। ਦੁਨੀਆ ਥਾਂ ਪਰ ਥਾਂ ਜਾ ਕੇ ਸਾਥ ਛੱਡਦੀ ਹੈ, ਸਦਾ ਸਾਥ ਨਹੀਂ ਹੈ। ਕੋਈ ਨਾ ਕਿਸੇ ਹੀ ਸੰਗ ਕਾਹੇ ਗਰਬੀ ਹੈ, ਏਕ ਨਾਮ ਆਧਾਰ ਭਉਜਲ ਤਰਵੀ ਹੈ। ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ, ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਧੀਰੇ। ਜੇ ਸਹਾਰਾ ਦੇਣ ਵਾਲੇ ਸਹਾਰਾ ਛੱਡਦੇ ਨੇ ਨਾ, ਤਾਂ ਹੀ ਤੇ ਸਤਿਗੁਰੂ ਜੀ ਕਹਿੰਦੇ ਨੇ ਕੋਈ ਨਾ ਕਿਸੇ ਹੀ ਸੰਗ ਕਾਹੇ ਗਰਬੀ ਹੈ। ਕੋਈ ਕਿਸੇ ਦਾ ਸਾਥ ਦੇਣਾ ਵਾਲਾ ਨਹੀਂ। ਕਿਹੜੀ ਗੱਲ ਦਾ ਹੰਕਾਰ ਕਰੀ ਬੈਠਾ? ਕਿਉਂ ਨਹੀਂ ਵਾਹਿਗੁਰੂ ਜੀ ਨੂੰ ਸਿਮਰਦਾ? ਕਿਉਂ ਨਹੀਂ ਚੇਤਾ ਪਰਮਾਤਮਾ ਜੀ ਦਾ ਕਰਦਾ? ਕੀਤਾ ਕਿਛੂ ਨਾ ਹੋਵਈ, ਲਿਖਿਆ ਤੁਰ ਸੰਜੋਗ। ਤੇਰੇ ਕੀਤੇ ਕਰਮਾਂ ਦੇ ਬਦਲੇ ਤੇਰੇ ਜਿਹੜੇ ਮਸਤਕ ਤੇ ਲੇਖ ਲਿਖੇ ਨਾ, ਉਹਨਾਂ ਕਰਕੇ ਇਹ ਸਭ ਕੁਝ ਹੋਇਆ। ਤੇ ਹੁਣ ਕੀਤਿਆਂ ਤੇਰਾ ਕੁਛ ਨਹੀਂ ਹੋਣਾ। ਜੇ ਤੂੰ ਯਤਨ ਕਰੇ ਨਾ ਕੁਛ ਕਰਨ ਦਾ, ਨਹੀਂ ਕੁਛ ਹੋਣਾ। ਕਿਉਂਕਿ ਧੁਰ ਤੋਂ ਤੇਰੇ ਮਸਤਕ ਤੇ ਲੇਖ ਹੀ ਇਸ ਤਰ੍ਹਾਂ ਦਾ ਲਿਖਿਆ ਵੀ ਤੂੰ ਰੱਬ ਨੂੰ ਭੁੱਲ ਕੇ ਇਹ ਕੁਝ ਦੇ ਰਸਤੇ ਤੇ ਤੁਰਨਾ ਸੀ। ਕਿਉਂਕਿ ਕਰਮੀ ਜੋ ਨਹੀਂ ਤੂੰ ਕਮਾ ਰਿਹਾ। ਹੁਣ ਵੀ ਸੁਚੇਤ ਹੋਵੇ, ਸੁਣ ਕੇ ਹੀ ਮਨੁੱਖ ਸੁਚੇਤ ਹੋ ਜੇ। ਮਨਾ ਕੀਤੇ ਕਰਮਾਂ ਦੇ ਕਰਕੇ ਦੁੱਖ ਹੈ, ਕੀਤੇ ਕਰਮਾਂ ਦੇ ਕਰਕੇ ਸੁੱਖ ਹੈ। ਚੰਗਾ ਕਰਮ ਸੁੱਖ ਦਾ ਸਾਧਨ ਹੈ, ਮੰਦ ਕਰਮ ਦੁੱਖ ਦਾ ਕਾਰਨ ਬਣਦਾ ਹੈ। ਫਿਰ ਕਿਉਂ ਮੈਂ ਮੰਦੇ ਕਰਮ ਕਰਦਾ? ਵਾਹਿਗੁਰੂ ਜੀ ਨੂੰ ਕਿਉਂ ਨਹੀਂ ਸਿਮਰਦਾ? ਤੇ ਫਿਰ ਜਦੋਂ
ਇਹਨਾਂ ਕੀਤੇ ਹੋਏ ਕਰਮਾਂ ਨੂੰ ਭੋਗਣਾ ਪੈਂਦਾ ਹੈ, ਉਦੋਂ ਤੇਰਾ ਕੀਤਾ ਕੁਛ ਨਹੀਂ ਹੁੰਦਾ। ਤੇਰਾ ਕੀਤਾ ਕੁਛ ਨਹੀਂ ਹੁੰਦਾ। ਵੱਡ ਭਾਗੀ ਮੇਰਾ ਪ੍ਰਭ ਮਿਲੈ, ਤਾਂ ਉਤਰੈ ਸਭ ਵਿਯੋਗ। ਵੱਡਿਆਂ ਭਾਗਾਂ ਦੇ ਕਰਕੇ ਵਾਹਿਗੁਰੂ ਜੀ ਦੇ ਨਾਲ, ਗੁਰੂ ਦੀ ਕਿਰਪਾ ਨਾਲ ਮਿਲਾਪ ਹੁੰਦਾ ਹੈ, ਜਿਸ ਕਰਕੇ ਸਾਰੇ ਵਿਯੋਗ ਕਹੀਏ, ਸਾਰੇ ਵਿਛੋੜੇ ਜਿਹੜੇ ਨੇ ਜਨਮਾਂ ਜਨਮਾਂ ਦੇ ਪਏ ਹੋਏ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਜਿਹੜੇ ਜਨਮਾਂ ਜਨਮਾਂ ਦੇ ਵਿਛੋੜੇ ਪਏ ਸੀ ਨਾ, ਇਹ ਵਿਛੋੜਿਆਂ ਦਾ ਦੁੱਖ ਦੂਰ ਹੋ ਜਾਂਦਾ ਹੈ। ਪਰ ਵੱਡਿਆਂ ਭਾਗਾਂ ਦੇ ਕਰਕੇ ਗੁਰੂ ਕਿਰਪਾ ਕਰਦਾ ਹੈ, ਪਰਮਾਤਮਾ ਨਾਲ ਮਿਲਾ ਦਿੰਦਾ ਹੈ। ਨਾਨਕ ਰੋਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਪੰਜਵੇਂ ਗੁਰੂ ਨਾਨਕ ਸਾਹਿਬ ਕਹਿੰਦੇ, ਹੇ ਵਾਹਿਗੁਰੂ ਜੀ, ਕਿਰਪਾ ਕਰਕੇ ਮੈਨੂੰ ਇਸ ਸੰਸਾਰ ਦੇ ਮੋਹ, ਸੰਸਾਰ ਦੀ ਆਪਣਤ, ਮਾਇਆ ਦੇ ਪ੍ਰਭਾਵ ਤੋਂ ਕਿਰਪਾ ਕਰਕੇ ਬੰਦੀ ਮੋਚ, ਮੇਰੀ ਰੱਖਿਆ ਕਰਨ ਵਾਲੇ ਪ੍ਰਮਾਤਮਾ ਜੀ, ਮੈਨੂੰ ਇਹ ਤੋਂ ਰੱਖ ਲੈ, ਬਚਾ ਲੈ ਮੈਨੂੰ। ਨਾਨਕ ਕੋ ਪ੍ਰਭ ਰਾਖ ਲੈ, ਮੇਰੇ ਸਾਹਿਬ ਬੰਦੀ ਮੋਚ, ਇਹ ਬੰਦੀਆਂ ਤੋਂ ਛੁਟਕਾਰਾ ਕਰਾਉਣ ਵਾਲੇ ਦਾਤਾਰ, ਆ ਝੂਠੀ ਮਾਇਆ ਤੋਂ, ਸੰਸਾਰ ਦੇ ਮੋਹ ਤੋਂ, ਸੰਸਾਰ ਦੀ ਆਪਣਤ ਤੋਂ ਮੇਰਾ ਖਹਿੜਾ ਛਡਾ ਕੇ ਮੇਰੇ ਤੇ ਰਹਿਮ ਕਰ। ਤੇ ਮੇਰੇ ਤੇ ਰਹਿਮ ਕਰ, ਕੀ ਰਹਿਮ ਕਰ? ਕਤਕ ਹੋਵੇ ਸਾਧ ਸੰਗ, ਬਿਨ ਸਹਿ ਸਭੇ ਸੋਚ। ਕਤਕ ਦੇ ਮਹੀਨੇ ਦੇ ਵਿੱਚ ਮੈਨੂੰ ਗੁਰੂ ਜੀ ਦੀ ਸੰਗਤ ਬਖਸ਼। ਗੁਰੂ ਦੀ ਸੰਗਤ, ਜਿੱਥੇ ਬੈਠ ਕੇ ਗੁਰੂ ਸਵਾਰੀ ਸੰਗਤ ਜੀ, ਆਪਾਂ ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨੂੰ ਸੁਣ ਸੁਣ ਕੇ ਨਾ, ਕੰਨਾਂ ਰੂਪੀ ਗੂਨਿਆਂ ਦੇ ਵਿੱਚ ਅੰਮ੍ਰਿਤ ਰਸ ਨੂੰ ਪਾ ਪਾ ਕੇ ਛਕ ਰਹੇ ਹਾਂ। ਤੇ ਇੱਥੇ ਦੀ ਸਤ ਸੰਗਤ ਦੀ ਦਾਤ ਪਰਮੇਸ਼ਰ ਜੀ ਦੇ ਕੋਲੋਂ ਮੰਗਣੀ। ਇਹ ਕੱਤਕ ਦੇ ਮਹੀਨੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਂਦੀ ਹੈ ਨਾ ਜੀ, ਉਹਨਾਂ ਦੀ ਇਸ ਤਰ੍ਹਾਂ ਦੇ ਸਾਰੇ ਸੋਚ, ਫਿਕਰ, ਝੋਰੇ, ਟੌਕਲੇ, ਸਹਿਸੇ, ਸਭ ਕੁਝ ਖਤਮ ਹੋ ਜਾਂਦਾ ਹੈ। ਸਾਧ ਸੰਗਤ ਦੇ ਵਿੱਚੋਂ ਆਸਰਾ ਕੀ ਮਿਲਦਾ ਹੈ? ਵਾਹਿਗੁਰੂ ਜੀ ਦੇ ਨਾਮ ਦਾ ਆਸਰਾ, ਪਰਮੇਸ਼ਰ ਜੀ ਦੇ ਨਾਮ ਦਾ ਆਸਰਾ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਕੱਤਕ ਦੇ ਮਹੀਨੇ ਵਿੱਚ ਸਾਨੂੰ ਸਮਝ ਦਿੱਤੀ, ਭਾਈ ਜਿਸ ਸੰਸਾਰ ਵਿੱਚ ਤੂੰ ਜੁੜਿਆ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਨੇਕ ਕਰਮ ਕਮਾ, ਕਿਉਂਕਿ ਚੰਗੇ ਕਰਮਾਂ ਦੀ ਬਦੌਲਤ ਤੈਨੂੰ ਸੁੱਖ ਮਿਲਣਗੇ। ਮੰਦੇ ਕਰਮ ਨਾ ਕਰ, ਕਿਉਂਕਿ ਮੰਦੇ ਕਰਮਾਂ ਦੇ ਕਰਨ ਕਰਕੇ ਤੈਨੂੰ ਦੁੱਖ ਮਿਲਦੇ ਨੇ। ਦੁੱਖਾਂ ਵਿੱਚ ਫਿਰ ਦੁਖੀ ਰਹਿਣਾ, ਤੇ ਤੈਨੂੰ ਹਮੇਸ਼ਾ ਸੁੱਖ ਮਿਲੇ, ਉਸ ਵਾਹਿਗੁਰੂ ਨੂੰ ਯਾਦ ਰੱਖ, ਪਰਮੇਸ਼ਰ ਜੀ ਨੂੰ ਚੇਤਾ ਰੱਖ, ਤੇ ਹਮੇਸ਼ਾ ਚੰਗੇ ਕਰਮ ਕਮਾ। ਪਰਮਾਤਮਾ ਨੂੰ ਯਾਦ ਰੱਖਦੇ ਆ, ਚੰਗੇ ਕਰਮ ਕਮਾਉਂਦੇ ਆ, ਹਮੇਸ਼ਾ ਜ਼ਿੰਦਗੀ ਦੇ ਵਿੱਚ ਵਾਹਿਗੁਰੂ ਜੀ ਦੀ ਬਖਸ਼ਿਸ਼, ਸੁੱਖ ਬਣਿਆ ਰਹਿੰਦਾ ਹੈ। ਤੇ ਜਿਸ ਸੁੱਖ ਦੀ ਅਸੀਂ ਸਾਰੇ ਆਸ ਰੱਖਦੇ ਹਾਂ ਜੀ, ਤੇ ਜਦੋਂ ਵੀ ਆਪਾਂ ਸਤਿਗੁਰੂ ਜੀ ਦੇ ਕੋਲ ਕਹਿੰਦੇ, ਤੇ ਸਭ ਤੋਂ ਪਹਿਲਾਂ ਸਾਡੀ ਮੰਗ ਕੀ ਹੁੰਦੀ ਹੈ? ਪਾਤਸ਼ਾਹ ਜੀ ਸੁੱਖ ਸ਼ਾਂਤੀ ਵਰਤਾ ਕੇ ਰੱਖੇ, ਸੁੱਖ ਵਰਤਾਇਓ। ਮੰਗਦੇ ਆ ਸੁੱਖ, ਪਰ ਸੁੱਖ ਦੇ ਵਾਸਤੇ ਸਤਿਗੁਰੂ ਜੀ ਦੱਸ ਰਹੇ ਨੇ, ਤੈਨੂੰ ਕਰਨਾ ਕੀ ਬਣਦਾ ਹੈ, ਕੀ ਕਰੇ ਤੈਨੂੰ ਸੁੱਖ ਮਿਲੇ। ਤੁਹਾਡਾ ਬੱਚਾ ਤੁਹਾਨੂੰ ਕਹਿੰਦਾ, ਬਾਪੂ ਤੇ ਮੈਨੂੰ ਨਾ ਜ਼ਿੰਦਗੀ ਵਿੱਚ ਮੇਰੇ ਨਾਲ ਹਮੇਸ਼ਾ ਚੰਗਾ ਹੀ ਵਾਪਰੇ, ਮੈਨੂੰ ਗੱਲ ਦੱਸ ਕੋਈ। ਬਾਪੂ ਕਹਿੰਦਾ, ਪੁੱਤ ਚੰਗੇ ਦੇ ਵਾਸਤੇ ਹਮੇਸ਼ਾ ਚੰਗੇ ਕੰਮ ਕਰਿਆ ਕਰ। ਬਾਪੂ ਵੀ ਕਹਿੰਦਾ ਨਾ ਆਪਣੇ ਬੱਚੇ ਨੂੰ, ਉਹ ਬਾਪ ਨੂੰ ਹੁੰਦਾ ਬੱਚੇ ਨੂੰ ਜੀਵਨ ਵਿੱਚ ਦੁੱਖ ਨਾ ਦੇਖਣਾ ਪਵੇ, ਇਸ ਕਰਕੇ ਉਹ ਕਹਿੰਦਾ ਚੰਗੇ ਕਰਮ ਕਰਿਆ ਕਰ। ਪਰ ਹੁਣ ਜੇ ਤੇ ਬਾਪ ਦਾ ਕਹਿਣਾ ਮੰਨ ਕੇ ਬੱਚਾ ਚੰਗੇ ਕਰਮ ਕਰਦਾ ਫਿਰ ਤੇ ਸੁੱਖ ਹੈ। ਪਰ ਜਿਹੜਾ ਬੱਚਾ ਬਾਪ ਦੀ ਗੱਲ ਮੰਨਦਾ ਨਹੀਂ ਨਾ, ਮੰਨਦਾ ਨਹੀਂ, ਚੰਗੇ ਕਰਮ ਕਰਦਾ ਨਹੀਂ, ਮੰਦੇ ਕਰਮ ਕਰਨ ਵਾਲੇ ਨੂੰ ਤਾਂ ਦੁੱਖ ਹੀ ਦੁੱਖ ਮਿਲਦੇ ਨੇ ਜੀ। ਇਹੀ ਪਰਮੇਸ਼ਰ ਵਾਹਿਗੁਰੂ ਜੀ ਸਾਡੇ ਪਰਮ ਪਿਤਾ ਜੀ ਸਾਨੂੰ ਸਮਝ ਦੇ ਰਹੇ ਨੇ, ਭਾਈ ਸੰਸਾਰ ਦੇ ਵਿੱਚ ਹਮੇਸ਼ਾ ਚੰਗੇ ਕਰਮ ਕਰ। ਸਗਲ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਵਾਹਿਗੁਰੂ ਜੀ ਦਾ ਨਾਮ ਜਪ,
ਚੰਗੇ ਕਰਮ ਕਰ, ਚੰਗੇ ਕਰਮ ਕਰ, ਵਰਤਾਓ ਇਹੋ ਜਿਹਾ ਕਰ ਜਿਹੋ ਜਿਹਾ ਆਪਣੇ ਨਾਲ ਚਾਹੁੰਦਾ ਹੈ। ਜੇ ਅੱਜ ਨੂੰਹ ਚਾਹੁੰਦੀ ਹੈ ਨਾ ਸੱਸ ਚੰਗਾ ਵਰਤਾਵ ਕਰੇ, ਤੇ ਨੂੰਹ ਵੀ ਸੱਸ ਨਾਲ ਚੰਗਾ ਵਰਤਾਅ ਕਰੇ। ਜਿਹੋ ਜਿਹਾ ਸਾਡਾ ਵਰਤਾਅ, ਜਿਹੋ ਜਿਹਾ ਅਸੀਂ ਕਿਸੇ ਨਾਲ ਵਰਤਾਂਗੇ ਉਹੋ ਜਿਹਾ ਅੱਗੇ ਤੋਂ ਵਰਤੂਗਾ ਕੋਈ। ਅਸੀਂ ਤੇ ਕਹੀਏ ਓਏ, ਅਗਲੇ ਤੋਂ ਆਸ ਰੱਖੀਏ ਜੀ ਕਹਿ ਕੇ ਬੁਲਾਵੇ। ਜਿਹਨੂੰ ਓਏ ਕਹਿ ਕੇ ਬੁਲਾਇਆ ਉਹਨੇ ਅੱਗੋਂ ਵੀ ਓਏ ਕਹਿ ਕੇ ਬੋਲਣਾ, ਤੇ ਜਿਹਨੂੰ ਜੀ ਕਹਿ ਕੇ ਬੁਲਾਵਾਂਗੇ ਅੱਗੋਂ ਅਗਲਾ ਜੀ ਕਹਿ ਕੇ ਬੋਲੂਗਾ। ਤੇ ਇਹ ਤਾਂ ਸਾਡੇ ਤੇ ਹੈ, ਜਿਹੋ ਜਿਹਾ ਵਿਹਾਰ ਅਸੀਂ ਆਪਣੇ ਨਾਲ ਚਾਹੁੰਦੇ ਹਾਂ ਉਹੋ ਜਿਹਾ ਕਿਸੇ ਨਾਲ ਕਰਨਾ ਸ਼ੁਰੂ ਕਰ ਲਓ। ਇਸੇ ਕਰਕੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਕੀਤੇ ਕਰਮਾਂ ਦਾ ਕਿਸੇ ਨੂੰ ਦੋਸ਼ੀ ਨਾ ਠਹਿਰਾਇਆ ਕਰ। ਤੇਰੇ ਕੀਤੇ ਚੰਗੇ ਕਰਮ ਹੀ ਤੈਨੂੰ ਸੁੱਖ ਦਿੰਦੇ ਨੇ, ਤੇਰੇ ਕੀਤੇ ਮੰਦੇ ਕਰਮ ਹੀ ਤੇਰੇ ਵਾਸਤੇ ਦੁੱਖਾਂ ਦਾ ਕਾਰਨ ਬਣਦੇ ਨੇ। ਇੰਨੀ ਇੱਕ ਬੇਨਤੀ ਸਵੀਕਾਰ ਕਰਿਓ ਜੀ। ਸਮਾਂ ਹੋ ਗਿਆ ਸਮਾਪਤੀ ਦਾ, ਤੇ ਆਪਾਂ ਇਸ ਵੇਲੇ 12 ਮਹਾਜੀ ਦੇ ਪਾਠ ਕਰਕੇ ਸਤਿਗੁਰੂ ਜੀ ਦੇ ਚਰਨਾਂ ਦੇ ਅਰਦਾਸ ਬੇਨਤੀ